मुझे नवाजे तेरा कर्म है वरना तेरी रहमतों का बदला मेरी बंदगी नहीं। सत श्री अकाल, सलाम, नमस्ते, ओला एंड वेरी वेरी गुड आफ्टरनून और गुड इवनिंग जिथे किथे भी तुसी हैगे हो जो भी काशी टीवी ਨੂੰ देख रहा उन्होंने साडे एक्चुअली सुदेश ते मेरे वालों दोवां वालों सत श्री अकाल। आई विल से सुदेश यू बीन ऑलरेडी हेयर बिफोर इज वेल एंड वी डन सो मैनी शोज टुगेदर इज वेल। सो मैं ते सुदेश लैके आई एक स्पैशल टॉपिक तुहाडे लई जिहदे विच असीं वुमेन एंड चिल्ड्रन मैंटल हैल्थ ਦੇ ਬਾਰੇ ਗੱਲ ਕਰਾਂਗੇ। ਸਪੈਸ਼ਲੀ ਜਿਹੜੇ ਚਿਲਡਰਨ ਜਾਂ ਜਿਹੜੀ ਵੂਮਨਸ 'ਤੇ ਡੋਮੈਸਟਿਕ ਵਾਇਲੈਂਸ ਤੋਂ ਬਾਅਦ ਉਹਨਾਂ ਦੀ ਮੈਂਟਲ ਹੈਲਥ 'ਤੇ ਕੀ ਇਫੈਕਟ ਪੈਂਦਾ ਅਤੇ ਬੱਚਿਆਂ 'ਤੇ ਵੀ, ਉਹਦੇ ਬਾਰੇ ਅੱਜ ਦਾ ਸਾਡਾ ਸ਼ੋਅ ਰਹੇਗਾ। ਸੋ ਹੋਪ ਯੂ ਇੰਜੋਏ ਐਂਡ ਇਹਦੇ ਤੋਂ ਮੈਂ ਸੋਚਦੀ ਹਾਂ ਵੀ ਕਾਫੀ ਜਿਹੜੀ ਵੂਮਨਸ ਨੇ ਸਾਨੂੰ ਲਿਖਿਆ ਵੀ ਅਸੀਂ ਇਨਫੋਰਮੇਸ਼ਨ ਜਾਣਨਾ ਚਾਹੁੰਦੇ ਆ ਇਹਦੇ ਬਾਰੇ ਵੀ ਜਿਹੜਾ ਇਫੈਕਟ ਹੁੰਦਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਜਿਹੜੇ ਅਬਿਊਜ਼ ਕਰਦੇ ਨੇ ਵੂਮਨਸ ਨੂੰ ਜਾਂ ਚਿਲਡਰਨਸ ਨੂੰ ਉਹ ਕਿੱਥੇ ਤੱਕ ਹੈ ਜਿਹੜੀ ਹੈਗੀ ਆ ਲਾਨਤ ਜਿਹੜੀ ਜਿਹਨੂੰ ਅਸੀਂ ਕਹਾਂਗੇ ਵੀ ਵੱਧਦੀ ਹੈਗੀ ਹੈ ਅਤੇ ਇਹਦਾ ਇਫੈਕਟ ਕਿੰਨੀ ਦੂਰ ਤੱਕ ਪਹੁੰਚਦਾ ਹੈਗਾ ਬੱਚਿਆਂ 'ਤੇ ਵੀ ਅਤੇ ਵੂਮਨਸ 'ਤੇ ਵੀ। ਸੋ ਅੱਜ ਦਾ ਸਾਡਾ ਜਿਹੜਾ ਮੇਨ ਹੈਗਾ ਮੈਂਟਲ ਹੈਲਥ ਅਤੇ ਬੱਚੇ ਅਤੇ ਵੂਮਨਸ ਸਾਡਾ ਟਾਰਗੇਟ ਰਹੇਗਾ ਅਤੇ ਜਾਣਾਂਗੇ ਸੁਦੇਸ਼ ਕੋਲੋਂ ਬਿਕੋਜ਼ ਇਹਨਾਂ ਦਾ ਐਕਸਪੀਰੀਅੰਸ ਕਾਫੀ ਇਸ ਫੀਲਡ ਦੇ ਵਿੱਚ ਰਿਹਾ ਹੈਗਾ ਕਿ ਜਦੋਂ ਕੋਈ ਡੋਮੈਸਟਿਕ ਵਾਇਲੈਂਸ ਕਰਦਾ ਹੈਗਾ ਨੋਟ ਐਜ਼ ਅ ਫੈਮਲੀ ਜਸਟ ਵੂਮਨ ਜਿਹੜੀ ਹੈ ਉਹਦੇ 'ਤੇ ਮੈਂਟਲੀ ਕੀ ਅਸਰ ਪੈਂਦਾ ਅਤੇ ਜਿਹੜੇ ਬੱਚੇ ਵੇਖਦੇ ਨੇ ਉਸ ਵਾਇਲੈਂਸ ਨੂੰ ਉਹਦਾ ਕਿੰਨਾ ਗਹਿਰਾ ਅਸਰ ਬੱਚੇ ਦੇ ਦਿਮਾਗ 'ਤੇ ਪੈਂਦਾ ਹੈ ਅਤੇ ਆਉਣ ਵਾਲੇ ਫਿਊਚਰ ਦੇ ਵਿੱਚ ਜਿਹੜੇ ਇਫੈਕਟ ਨੇ ਉਹਨਾਂ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਦੂਰ ਕਰ ਸਕਦੇ ਹਾਂ, ਥੈਰੇਪੀਸ ਕਿਹੜੀਆਂ ਅਵੇਲੇਬਲਸ ਨੇ ਉਹਦੇ ਬਾਰੇ ਸਾਰੀ ਜਾਣਕਾਰੀ ਅੱਜ ਸੁਦੇਸ਼ ਨਾਲ ਮਿਲ ਕੇ ਅਸੀਂ ਤੁਹਾਨੂੰ ਦਾਂਗੇ। ਸੋ ਵੈਲਕਮ ਸੁਦੇਸ਼, ਤੁਹਾਡਾ ਕਾਸ਼ੀ ਟੀਵੀ 'ਤੇ ਬਹੁਤ ਬਹੁਤ ਸਵਾਗਤ ਹੈ। ਵੈਲਕਮ ਅਗੇਨ। ਥੈਂਕ ਯੂ ਵੈਰੀ ਮਚ Balbi for inviting me again। ਸੋ ਤੁਹਾਨੂੰ ਕੀ ਲੱਗਦਾ ਕਿ ਇਹ ਟੌਪਿਕ ਤੁਹਾਡੇ ਹਿਸਾਬ ਦੇ ਨਾਲ ਸੁਦੇਸ਼ ਕਿੰਨਾ ਕੁ ਇੰਪੋਰਟੈਂਟ ਸੀਗਾ? ਲਾਈਕ ਪੀਪਲ ਆਰ ਆਸਕਿੰਗ ਅਸ, ਵੀ ਹੈਡ ਕੁਆਇਟ ਅ ਲੋਟ ਆਫ ਵਿਊਅਰਸ ਹੂ ਵਾਂਟਡ ਟੂ ਟਾਕ ਅਬਾਊਟ ਦੈਟ। ਸੋ ਤੁਹਾਨੂੰ ਵੀ ਆਪਣੀ ਸਰਵਿਸ ਦੇ ਵਿੱਚ ਲਾਈਕ ਪੀਪਲ ਡੂ ਕਮ ਟੂ ਯੂ ਸੇਇੰਗ ਦੈਟ ਕਿ ਸਾਡੀ ਮੈਂਟਲ ਹੈਲਥ 'ਤੇ ਇਫੈਕਟ ਪਿਆ ਇਸ ਬਾਰੇ ਜਾਂ ਬੱਚਿਆਂ 'ਤੇ ਇਫੈਕਟ ਹੋ ਰਿਹਾ, ਅਸੀਂ ਕਿਸ ਤਰੀਕੇ ਦੇ ਨਾਲ ਇਹ ਮੁੱਦੇ ਨੂੰ ਸੁਲਝਾ ਸਕਦੇ ਹਾਂ? ਸੋ ਮੈਂਟਲ ਹੈਲਥ ਜਦੋਂ ਕਿ ਕਿਸੇ ਦੇ ਨਾਲ ਵੀ ਇੱਦਾਂ ਕੋਈ ਹਾਦਸਾ ਹੁੰਦਾ ਆ ਜਿੱਦਾਂ ਟਰੋਮੈਟਿਕ ਡਰਾਵਾ ਜੈਸੇ ਹਾਦਸਾ ਹੁੰਦਾ ਆ ਅਤੇ ਉਹਨਾਂ ਦੇ ਐਬਸੋਲਿਊਟਲੀ ਇਫੈਕਟ ਤਾਂ ਹੋਣਾ ਹੀ ਹੋਣਾ, ਪਰ ਉਹ ਡਿਪੈਂਡ ਹੁੰਦਾ ਆਪਣੀ ਜਿਹੜੀ ਰੈਜ਼ੀਲੀਅੰਸ ਹੁੰਦੀ ਆ। ਹੁਣ ਕਿਸੇ ਲੋਕਾਂ 'ਤੇ ਘੱਟ ਹੁੰਦਾ, ਕਿਸੇ 'ਤੇ ਜ਼ਿਆਦਾ ਹੁੰਦਾ। ਐਂਡ ਸਾਡੇ ਕੋਲ ਲੇਡੀਜ਼ ਆਉਂਦੀਆਂ ਜਿਹੜੀਆਂ ਕਿ ਹੈਲਪ ਮੰਗਦੀਆਂ ਸਾਡੇ ਕੋਲੋਂ, ਉਹ ਕਾਫੀ ਸਟਰੋਂਗ ਹੁੰਦੀਆਂ, ਉਹ ਸੋਚਦੀਆਂ ਕਿ ਨਹੀਂ ਅਸੀਂ ਸਿਰਫ ਡੀਲ ਕਰਨਾ ਚਾਹੁੰਦੇ ਆ, ਰਿਪੋਰਟ ਕਰਨਾ ਚਾਹੁੰਦੇ ਆ ਅਤੇ ਅਸੀਂ ਮੂਵ ਔਨ ਕਰਨਾ ਚਾਹੁੰਦੇ ਆ। ਕੁਛ ਲੋਕ ਇੱਦਾਂ ਹੁੰਦੇ ਆ ਜਿਨ੍ਹਾਂ ਦੇ ਉੱਤੇ ਇੰਨਾ ਜ਼ਿਆਦਾ ਜਿੱਦਾਂ ਅਸਰ ਪਿਆ ਹੁੰਦਾ ਆ ਕਿ ਉਹ ਜਿੱਦਾਂ ਰਾਤ ਨੂੰ ਸੌ ਨਹੀਂ ਸਕਦੇ, ਖਾਣਾ ਪੀਣਾ ਜਿੱਦਾਂ ਖਾ ਨਹੀਂ ਸਕਦੇ ਕੁਛ ਵੀ, ਜਾਂ ਫਿਰ ਉਹ ਘਰੋਂ ਬਾਹਰ ਹੀ ਨਹੀਂ ਨਿਕਲ ਸਕਦੇ ਕਰਕੇ ਇੰਨਾ ਡਰਦੇ ਆ ਅਤੇ ਉਹਦੇ ਨਾਲ ਜਿਹੜਾ ਉਹ ਡਰ ਪੈ ਜਾਂਦਾ ਆ ਦਿਮਾਗ 'ਤੇ ਦਿਲ 'ਤੇ, ਉਹਦਾ ਬਹੁਤ ਜ਼ਿਆਦਾ ਅਸਰ ਹੁੰਦਾ ਆ। ਸੋ ਐਨੀਥਿੰਗ ਫਰੋਮ ਜਿੱਦਾਂ ਲੇਡੀਜ਼ ਜਿੱਦਾਂ ਮੈਂ ਕਿਹਾ ਸੀ ਜਿਹੜੀਆਂ ਕਿ ਮੂਵ ਔਨ ਹੋਣਾ ਚਾਹੁੰਦੀਆਂ ਟੂ ਅ ਪੁਆਇੰਟ ਵੇਅਰ ਈਵਨ ਜਿਹੜੇ ਸੁਇਸਾਈਡ ਅਟੈਂਪਟਸ ਹੋ ਚੁੱਕੇ ਆ ਤਾਂ ਉਹ ਵੀ ਲੇਡੀਜ਼ ਸਾਡੇ ਕੋਲ ਆਉਂਦੀਆਂ। ਸੁਦੇਸ਼, ਆਪਾਂ ਦੋਵਾਂ ਨੇ ਕਾਫੀ 3-4 ਸ਼ੋਅ ਜਿਹੜੇ ਹੈਗੇ ਆ ਔਨ ਡੋਮੈਸਟਿਕ ਵਾਇਲੈਂਸ ਇਨ ਸਰਟਨ ਇਸ਼ੂ 'ਤੇ ਕੀਤੇ ਹੈਗੇ ਆ। ਸਟਾਰਟਿੰਗ 'ਤੇ ਅਸੀਂ ਕਾਫੀ ਬੇਸਿਕ ਇਨਫੋਰਮੇਸ਼ਨ ਔਨ ਡੋਮੈਸਟਿਕ ਵਾਇਲੈਂਸ 'ਤੇ ਦਿੱਤੀ ਸੀਗੀ ਜੋ ਕਿ ਸਾਡੇ ਵਿਊਅਰਸ ਨੇ ਕਾਫੀ ਪਸੰਦ ਕੀਤਾ ਸੀਗਾ। ਬਟ ਹੁਣ ਜਦੋਂ ਅਸੀਂ ਡੈਪਥ ਇਨ ਦੇਖਦੇ ਆ ਲਾਈਕ ਲੋਕੀ ਜਿਹੜੇ ਹੈਗੇ ਦੇਖ ਰਹੇ ਨੇ ਅਤੇ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਹਾਂ ਇਹਦਾ ਇਫੈਕਟ ਕਿੰਨਾ ਐਂਡ ਦੇ ਆਸਕ ਮੋਰ ਇਨਫੋਰਮੇਸ਼ਨ ਰਿਗਾਰਡਿੰਗ ਕਿ ਸਾਨੂੰ ਹੋਰ ਕੀ ਕਰਨਾ ਚਾਹੀਦਾ, ਜਾਂ ਜਦੋਂ ਦੇਖਦੇ ਆ ਵੀ ਡੋਮੈਸਟਿਕ ਵਾਇਲੈਂਸ ਹੋ ਰਿਹਾ ਅਤੇ ਅਸੀਂ ਕਿਸ ਤਰੀਕੇ ਦੇ ਨਾਲ ਉੱਤੇ ਕਾਬੂ ਪਾ ਸਕਦੇ ਹਾਂ, ਉਹਨੂੰ ਸਟਾਪ ਕਰ ਸਕਦੇ ਹਾਂ। ਸਭ ਤੋਂ ਪਹਿਲੇ ਮੈਂ ਜਾਣਨਾ ਚਾਹਾਂਗੀ ਕਿ ਜਿਹੜਾ ਉਹਦਾ ਸਾਈਡ ਇਫੈਕਟ ਕਹਿ ਲਓ ਜਾਂ ਸ਼ੋਰਟ ਟਰਮ ਜਿਹੜੇ ਇਫੈਕਟ ਇਹਦੇ ਵਿੱਚ ਹੁੰਦੇ ਆ ਤੁਹਾਡੇ ਦੇਖਣੇ ਦੇ ਵਿੱਚ ਕੀ ਆਇਆ ਵੀ ਜਿਹੜੇ ਕਿ ਵੂਮਨਸ 'ਤੇ ਸਪੈਸ਼ਲੀ ਅਸੀਂ ਸਟਾਰਟ ਕਰਦੇ ਹਾਂ ਜ਼ੈਨੋ ਕਿ ਵੂਮਨਸ 'ਤੇ ਜਿਹੜੇ ਸ਼ੋਰਟ ਟਰਮ ਇਫੈਕਟ ਆਫ ਡੋਮੈਸਟਿਕ ਵਾਇਲੈਂਸ ਕੀ ਤੁਹਾਡੇ ਨਜ਼ਰੀਏ ਤੋਂ ਹੈ? ਸੋ ਲਾਈਕ ਸ਼ੋਰਟ ਟਰਮ ਹੁੰਦਾ ਥਿੰਗਸ ਲਾਈਕ ਰਾਤ ਨੂੰ ਨੀਂਦ ਨਹੀਂ ਆਉਂਦੀ, ਸੌ ਨਹੀਂ ਹੁੰਦਾ, ਜਦੋਂ ਸੌਂਦੇ ਆ ਨਾਈਟਮੇਅਰਸ ਹੁੰਦੇ ਆ, ਐਂਗਜ਼ਾਇਟੀ ਐਕਸਪੀਰੀਅੰਸ ਹੁੰਦਾ, ਡਿਪਰੈਸ਼ਨ ਐਕਸਪੀਰੀਅੰਸ ਹੁੰਦਾ, ਇਮੀਡੀਏਟਲੀ ਜਿੱਦਾਂ ਫੀਲਿੰਗ ਆਫ ਸੈਡਨੈਸ ਹਮੇਸ਼ਾ ਜਿੱਦਾਂ ਫੀਲ ਕਰਦੇ ਕਿ ਮੈਂ ਮੇ ਬੀ ਕੋਪ ਨਹੀਂ ਕਰ ਸਕਦੀ ਜਾਂ ਹਮੇਸ਼ਾ ਜਿੱਦਾਂ ਸੋਚੀ ਜਾਣਾ ਕਿ ਕੀ ਹੋ ਗਿਆ, ਮੈਂ ਕਿਹਨੂੰ ਦੱਸੂੰਗੀ, ਮੇਰੇ ਮਾਂ ਪਿਓ ਕੀ ਕਹੋਗੇ, ਉਹਦੇ ਨਾਲ ਵਰੀ ਕਰਕੇ ਇਮੀਡੀਏਟਲੀ ਹੋ ਸਕਦਾ weight loss, weight gain ਵੀ ਹੋ ਸਕਦਾ। there's so many different experiences women psychologically ਜਿੱਦਾਂ ਅਫੈਕਟ ਜਿਹੜਾ ਹੁੰਦਾ ਹੋ ਸਕਦਾ ਕਿ ਉਹ ਬਿਮਾਰ ਫਿਜ਼ੀਕਲੀ ਬਿਮਾਰ ਵੀ ਹੋ ਸਕਦੇ ਆ ਕਿ they don't feel well enough to go to work, time off ਕਰਨਾ ਪੈਂਦਾ ਕੰਮ ਤੋਂ।
ਐਂਡ ਸੋ ਇਮੀਡੀਏਟਲੀ ਤਾਂ ਕਾਫੀ ਜਿੱਦਾਂ ਅਫੈਕਟ ਹੁੰਦਾ ਜਿੱਦਾਂ ਮੈਂ ਕਿਹਾ ਸੀ ਬਾਹਰ ਨਹੀਂ ਜਾਣਾ ਚਾਹੁੰਦੇ ਜਾਂ ਬਾਹਰ ਜਾਂਦੇ ਤਾਂ ਹਮੇਸ਼ਾ ਦੇਖੀ ਜਾਣਾ ਪਿੱਛੇ ਕੌਣ ਮੇਰੇ ਪਿੱਛੇ ਆ ਥਿੰਗਸ ਲਾਈਕ ਦੈਟ ਪਰ ਹੌਲੀ ਹੌਲੀ ਓਵਰ ਟਾਈਮ ਉਹ ਜਿਹੜੀ ਐਂਗਜ਼ਾਇਟੀ ਐਂਡ ਡਿਪਰੈਸ਼ਨ ਜਾਂ ਸੈਡਨੈਸ ਹੁੰਦੀ ਆ ਉਹ ਜਿੱਦਾਂ ਲਾਈਕ ਵੱਧ ਕੇ ਬਿਕਮਸ ਕਲੀਨਿਕਲ ਡਿਪਰੈਸ਼ਨ ਜਿੱਥੇ ਤੱਕ ਤੁਹਾਨੂੰ ਫਿਰ ਮੇਬੀ ਡਾਇਗਨੋਸਿਸ ਚਾਹੀਦੀ ਹੋਊਗੀ ਸੋ ਲੌਂਗ ਟਰਮ ਇਫੈਕਟ ਜਿਹੜੇ ਨੇ ਸ਼ੋਰਟ ਟਰਮ ਤੋਂ ਜਿਹੜੇ ਹੈਗੇ ਲੌਂਗ ਟਰਮ ਇਫੈਕਟ ਦੇ ਵਿੱਚ ਵਧਨੇ ਚਾਲੂ ਹੋ ਜਾਂਦੇ ਆ ਸੋ ਸਲੀਪਿੰਗ ਡਿਸਆਰਡਰ ਈਟਿੰਗ ਡਿਸਆਰਡਰਸ ਸੈਲਫ ਹਾਰਮ ਵੀ ਹੋ ਸਕਦਾ so many different things ਕਿ ਜਿਹੜੇ ਮੈਂਟਲ ਹੈਲਥ ਐਕਸਪੀਰੀਅੰਸ ਕਰਦੇ ਆਪਣੇ ਆਪ ਨੂੰ ਜਿੱਦਾਂ ਹੋ ਸਕਦਾ ਆਪਣੇ ਆਪ ਨੂੰ ਬੈਟਰ ਫੀਲ ਕਰਨੇ ਨੂੰ ਸੈਲਫ ਹਾਰਮ ਕਰਨ ਲੱਗ ਪੈਂਦੇ ਆ ਸਪੈਸ਼ਲੀ ਯੰਗ ਪੀਪਲ ਦੇ ਵਿੱਚ ਇਹ ਬਹੁਤ ਜਿੱਦਾਂ ਲਾਈਕ ਟੀਨਏਜਰਸ ਹੋਣ ਜਾਂ ਯੰਗ ਵੂਮਨ ਹੋਣ ਉਹਨਾਂ 'ਚ ਬਹੁਤ ਹੁੰਦਾ ਆ so it's ਜਿੱਦਾਂ like there's not a few things it's many different things ਸੁਦੇਸ਼ ਕਈ ਵਾਰੀ ਹੈ ਨਾ ਜਦੋਂ ਆਈ ਮੀਨ ਸਾਡੇ ਦੇਖਦੇ ਚ ਆਇਆ ਤੁਸੀਂ ਵੀ ਵੇਖਦੇ ਹੋਗੇ ਜਦੋਂ ਅਸੀਂ ਮੈਡੀਕਲ ਸਾਈਡ ਤੇ ਦੇਖਦੇ ਆ ਵੀ ਜਦੋਂ ਕਈ ਵੂਮਨਸ ਆਪਣੇ ਆਪ ਨੂੰ ਆਈਸੋਲੇਟ ਵੀ ਕਰ ਲੈਂਦੇ ਆ ਜਾਂ ਨਿਗਲੈਕਟ ਕਰਨਾ ਵੀ ਚਾਲੂ ਕਰ ਜਾਂਦੇ ਆਪਣੀ ਹੈਲਥ ਕੇਅਰ ਦੇ ਬਾਰੇ ਕਹਿ ਲਓ ਜਾਂ ਫਿਰ ਜਿਹੜੀ ਲੁਕਸ ਹੁੰਦੀ ਹੈ ਦੇ they don't clean themselves physically they are not going out ਉਹ ਚਾਹੁੰਦੇ ਆ ਵੀ ਅਸੀਂ ਇੱਕ ਕਮਰੇ 'ਚ ਰਹੀਏ ਜਾਂ ਸਾਡੇ ਨਾਲ ਕੋਈ ਗੱਲਬਾਤ ਨਾ ਕਰੇ ਪਰ ਉਸ ਉੱਥੇ ਕਈ ਜਿਹੜੀ ਵੂਮਨਸ ਹੈ ਥੋੜ੍ਹਾ ਜ਼ਿਆਦਾ ਐਕਸਾਈਟਮੈਂਟ ਵੱਲ ਵੀ ਆ ਜਾਂਦੀ ਹੈ ਕਿ ਇਹ ਵੀ ਗੱਲ ਸੱਚੀ ਹੈਗੀ ਹੈ ਕਿ ਇੱਕ ਦੋ ਤਰਫੇ ਦੇ ਨਾਲ ਨਜ਼ਰੀਆ ਹੈਗਾ ਸੋ ਜਿੱਦਾਂ ਤੁਸੀਂ ਕਿਹਾ ਕਿ ਕੱਪੜੇ ਨਹੀਂ ਬਦਲਦੇ ਵਾਸ਼ ਨਹੀਂ ਕਰਨਾ ਚਾਹੁੰਦੇ ਇਹ ਜ਼ਿਆਦਾ ਜਿੱਦਾਂ ਲਾਈਕ ਜਿਹੜੀ ਸੈਕਸ਼ੂਅਲ ਅਬਿਊਜ਼ ਜਾਂ ਰੇਪ ਦੇ ਵਿਕਟਿਮ ਜਿਹੜੇ ਹੁੰਦੇ ਆ ਉਹਨਾਂ ਦੇ ਨਾਲ ਕਾਫੀ ਹੁੰਦਾ ਮੇਰੇ ਕੋਲ ਕਾਫੀ ਸਾਲ ਪਹਿਲਾਂ ਇੱਕ ਕੇਸ ਆਇਆ ਸੀ ਜਦੋਂ ਉਹ ਲੇਡੀ ਸਾਨੂੰ ਦੱਸਦੀ ਨਹੀਂ ਸੀ ਕਿ ਕੀ ਹੋਇਆ ਹੈ ਨਾ ਉਹਦੇ ਨਾਲ ਪਰ ਉਹ ਐਵਰੀਡੇ ਸਿਰਫ ਉਹ ਕਾਲੇ ਕੱਪੜੇ ਪਾਉਂਦੀ ਸੀਗੀ ਐਂਡ ਜਿੱਦਾਂ ਲਾਈਕ ਸਾਡੇ ਰੈਫਿਊਜ ਦੇ ਵਿੱਚ ਆਈ ਸੀ ਉਹਨੇ ਆਪਣੇ ਬਾਲ ਉਹ ਕੱਟ ਲਏ ਸਾਰੇ ਜਿੱਦਾਂ ਸਾਰੇ ਵੱਢ ਦਿੱਤੇ ਬਾਲ ਆਪਣੇ ਐਂਡ ਫਿਰ ਜਦੋਂ ਨਹਾਉਂਦੀ ਨਹੀਂ ਸੀ ਹੁੰਦੀ ਫਿਰ ਉਹਦੇ ਕੋਲ ਸਮੈਲ ਬਹੁਤ ਆਉਂਦੀ ਹੁੰਦੀ ਸੀਗੀ ਐਂਡ ਸਾਨੂੰ ਪਤਾ ਸੀ ਪਰ ਅਸੀਂ ਜ਼ਿਆਦਾ ਜਿੱਦਾਂ ਉਹਨੂੰ ਪੁੱਛਿਆ ਨਹੀਂ ਬਿਕਾਜ਼ ਵੀ ਨਿਊ ਸਾਨੂੰ ਪਤਾ ਸੀ ਕਿ ਹੋ ਸਕਦਾ ਕਿ ਰੇਪ ਐਂਡ ਸੈਕਸ਼ੂਅਲ ਵਾਇਲੈਂਸ ਦਾ ਕੇਸ ਆ ਐਂਡ ਉਹਦੇ ਐਕਸਪੀਰੀਅੰਸ ਕਰਕੇ ਜਿੱਦਾਂ ਜੇ ਤੁਹਾਡੇ ਕੋਲ ਬੋ ਆਉਂਦੀ ਆ ਫਿਰ ਤੁਹਾਡੇ ਲਾਗੇ ਨਹੀਂ ਕਿਸੇ ਨੇ ਆਉਣਾ ਇਸ ਕਰਕੇ ਉਹ ਇੱਦਾਂ ਵੀ ਕਰਨ ਲੱਗ ਪੈਂਦੀਆਂ ਐਂਡ ਆਪੋਜ਼ਿਟ ਸਾਈਡ ਇੱਦਾਂ ਵੀ ਹੈ ਕਿ ਆਪਣੇ ਜਿੱਦਾਂ ਲਾਈਕ ਬੱਸ ਦੇ ਵਿੱਚ ਉਹ ਰਹਿੰਦੀਆਂ ਨਹੀਂ ਹੈਗੀਆਂ ਸੋ ਦੇ ਸਟਾਰਟ ਗੋਇੰਗ ਆਊਟ ਰਿਸਕੀ ਬਿਹੇਵੀਅਰ ਹੋਣ ਲੱਗ ਪੈਂਦਾ ਜਿੱਦਾਂ ਆਪਣਾ ਲੁੱਕ ਆਫਟਰ ਨਹੀਂ ਕਰਦੇ ਲੋਕਾਂ ਨੂੰ ਮਿਲਣ ਲੱਗ ਪੈਂਦੀਆਂ ਆ ਐਂਡ ਉਹ ਸਾਈਡ ਵੀ ਹੋ ਸਕਦਾ ਆ ਸੋ ਬੋਥ ਸਾਈਡ ਨੇ ਕਈ ਜਿਹੜੇ ਆਪਣੇ ਆਪ ਨੂੰ ਨਿਗਲੈਕਟ ਜਾਂ ਓਵਰ ਐਕਟੀਵਿਟੀਜ਼ ਜਿਹੜੀਆਂ ਸੋਸ਼ਲਾਈਜ਼ਿੰਗ ਇਨ ਰੋਂਗ ਵੇਜ਼ ਕਰਨ ਲੱਗ ਜਾਂਦੀਆਂ ਹੈਗੀਆਂ ਤੇ ਵੈਨ ਵੀ ਟੋਕ ਅਬਾਊਟ ਲੌਂਗ ਟਰਮ ਇਫੈਕਟ ਇਨ ਡੋਮੈਸਟਿਕ ਵਾਇਲੈਂਸ ਉਹਦੇ ਤੇ ਜਿਹੜਾ ਅਫੈਕਟ ਹੈਗਾ ਸਾਡਾ ਬੱਚਿਆਂ ਤੇ ਵੀ ਪੈਂਦਾ ਹੈਗਾ ਵਿਚ ਵੀ ਕੈਨ ਟੋਕ ਲੇਟਰ ਔਨ ਬਟ ਐਜ਼ ਅ ਮੇਨ ਜਦੋਂ ਇੱਕ ਫੈਮਿਲੀ ਦੇ ਵਿੱਚ ਲੌਂਗ ਟਰਮ ਇੱਕ ਔਰਤ ਤੇ ਜਿਹੜਾ ਹੈਗਾ ਵਾਇਲੈਂਸ ਹੋ ਰਿਹਾ ਉਹ ਫੈਮਿਲੀ ਦੇ ਵਿੱਚ ਕਿੱਦਾਂ ਦਾ ਐਟਮੋਸਫੇਅਰ ਉਸ ਟਾਈਮ ਤੇ ਉਹਨੂੰ ਸਹਿਣਾ ਪੈਂਦਾ ਹੈਗਾ ਸੋ ਲਾਈਕ ਜਿੱਦਾਂ ਘਰ ਦੇ ਵਿੱਚ ਲੜਾਈ ਝਗੜਾ ਜਦੋਂ ਹੁੰਦਾ ਆ ਸਾਰਿਆਂ ਤੇ ਇਫੈਕਟ ਹੁੰਦਾ ਆ ਘਰ ਦੇ ਵਿੱਚ ਜੇ ਸ਼ਾਂਤੀ ਨਾ ਹੋਵੇ ਤਾਂ ਕੁਛ ਲੇਡੀਜ਼ ਹੁੰਦੀਆਂ ਕਿ ਉਹ ਟਰਾਈ ਕਰਦੀਆਂ ਕਿ ਬੱਚੇ ਕੁਛ ਬੋਲਣ ਨਾ ਜਦੋਂ ਹਸਬੈਂਡ ਘਰ ਆਉਂਦਾ ਗੁੱਸਾ ਨਾ ਕਰੇ ਕਿ ਖਾਣਾ ਪੀਣਾ ਨਹੀਂ ਤਿਆਰ ਹੈਗਾ ਜਾਂ ਨਿਆਣੇ ਟੂ ਮਚ ਨੋਇਜ਼ ਬਣਾਉਂਦੇ ਆ ਜਾਂ ਜੋ ਵੀ ਹੈਗਾ ਤੇ ਉਹ ਘਰ ਦੇ ਵਿੱਚ ਵੀ ਘੁੱਟ ਕੇ ਰਹਿਣ ਲੱਗ ਪੈਂਦੀਆਂ ਜਿਹੜੇ ਬੰਦਾ ਘੁੱਟ ਕੇ ਰਹਿੰਦਾ ਆ ਉਹਨਾਂ ਦੇ ਨਾਲ ਅਗੇਨ ਮੈਂਟਲ ਪ੍ਰੈਸ਼ਰ ਹੁੰਦਾ ਐਂਗਜ਼ਾਇਟੀ ਹੁੰਦੀ ਆ ਕੌਨਸਟੈਂਟਲੀ ਸੋਚੀ ਜਾਣਾ ਕਿ ਜੇ ਇੱਦਾਂ ਮੈਂ ਕੀਤੀ ਫਿਰ ਉਹ ਇੱਦਾਂ ਕਰੂੰਗਾ ਜੇ ਮੈਂ ਇੱਦਾਂ ਕੀਤੀ ਉਹ ਉੱਦਾਂ ਕਰੂੰਗਾ ਫਿਰ ਜਿੱਦਾਂ ਕਹਿੰਦੇ ਹੁੰਦੇ ਪ੍ਰੀਐਮਪਟ ਕਰਨਾ ਸੋਚੀ ਜਾਣਾ ਕਿ ਜੇ ਮੈਂ ਆਹ ਗੱਲ ਕੀਤੀ ਜਾਂ ਅਸੀਂ ਜਾਣਾ ਕਿਤੇ ਜਾਣਾ ਵਿਆਹ ਹੈ ਸ਼ਾਦੀ ਹੈ ਕਿ ਅਸੀਂ ਉਹਨਾਂ ਦੇ ਘਰ ਜਾਣਾ ਕਿੱਦਾਂ ਮੈਂ ਦੱਸੂੰਗੀ ਕਿ ਉੱਥੇ ਜਾਣਾ ਸਾਨੂੰ ਸਾਨੂੰ ਇਨਵੀਟੇਸ਼ਨ ਆਇਆ ਸਾਨੂੰ ਸੱਦਿਆ ਗਿਆ ਸੋ ਇਹ ਸੋਚ ਕੇ ਬਹੁਤ ਜ਼ਿਆਦਾ ਜਿੱਦਾਂ ਅਫੈਕਟ ਹੁੰਦਾ ਕਿਸੇ ਤੇ ਈਵਨ ਫਿਜ਼ੀਕਲੀ ਸਵੈਟਿੰਗ ਹਾਰਟ 'ਤੇ ਫਰਕ ਪੈਂਦਾ ਆ ਬਿਕਾਜ਼ ਜਿਹੜਾ ਪ੍ਰੈਸ਼ਰ ਤੁਹਾਡੇ ਮਾਈਂਡ 'ਤੇ ਹੁੰਦਾ ਉਹ ਦਿਲ 'ਤੇ ਵੀ ਹੁੰਦਾ ਆ ਉਹਦੇ ਨਾਲ ਤੁਹਾਡੇ ਬੋਡੀ 'ਤੇ ਵੀ ਪ੍ਰੈਸ਼ਰ ਪੈਂਦਾ ਢਿੱਡ 'ਤੇ ਵੀ ਪ੍ਰੈਸ਼ਰ ਪੈਂਦਾ ਬਿਕਾਜ਼ ਕੁਛ ਲੋਕਾਂ ਨੂੰ ਈਵਨ ਇਰੀਟੇਬਲ ਬਾਊਲ ਸਿੰਡਰੋਮ ਹੋਣ ਲੱਗ ਪਈ ਹੈ ਬਿਕਾਜ਼ ਆਫ ਐਂਗਜ਼ਾਇਟੀ ਐਂਡ ਡਿਪਰੈਸ਼ਨ ਐਂਡ ਸਟ੍ਰੈਸ ਐਂਡ ਉਹ ਫਿਰ ਫਿਜ਼ੀਕਲ ਇਫੈਕਟ ਹੁੰਦਾ ਕਿਸੇ 'ਤੇ ਜਦੋਂ ਇਰੀਟੇਬਲ ਬਾਊਲ ਸਿੰਡਰੋਮ ਹੁੰਦਾ ਕਿ ਉਹ ਕਿਸੇ ਲਈ ਇਟਸ ਅ ਰੀਅਲੀ ਹੌਰੇਬਲ ਐਕਸਪੀਰੀਅੰਸ ਸੋ ਜਿਹੜੀ ਮੈਂਟਲ ਹੈਲਥ ਆ ਉਹਦੀ ਫਿਜ਼ੀਕਲ ਇਫੈਕਟਸ ਵੀ ਇਸ ਤਰ੍ਹਾਂ ਹੈਗੇ ਆ ਜਿਹੜੇ ਸਾਡੀ ਬੋਡੀ 'ਤੇ ਇਫੈਕਟ ਕਰਦੇ ਆ
ਸੋ ਜਿੱਦਾਂ ਹੈ ਨਾ ਮੈਂ ਥੋੜ੍ਹਾ ਜਿਹਾ ਜਿਹੜਾ ਫਾਈਂਡ ਆਊਟ ਕੀਤਾ ਸੀ ਉਹ 'ਚ ਦੱਸਦੇ ਵੀ ਲੂਜ਼ ਆਫ ਕਨਸਨਟ੍ਰੇਸ਼ਨ ਜਿਹੜਾ ਕਨਫਿਊਜ਼ਨ ਕਾਫੀ ਰਹਿੰਦੀ ਹੈਗੀ ਸਪੈਸ਼ਲੀ ਕਹਿੰਦੇ ਉਹਨਾਂ ਨੂੰ ਹੈਡੇਕ ਕਹਿ ਲਓ ਜਾਂ ਉਹਨਾਂ ਨੂੰ ਮਾਈਗ੍ਰੇਨ ਵਗੈਰਾ ਸਿਰ ਨਾਲ ਜੁੜੀ ਕਾਫੀ ਪ੍ਰੋਬਲਮਾਂ ਫਿਊਚਰ ਦੇ ਵਿੱਚ ਆਉਣੀਆਂ ਚਾਲੂ ਹੋ ਜਾਂਦੀਆਂ ਜਿਹਦੇ ਕਿ ਟ੍ਰੀਟਮੈਂਟ ਹੈਡੇਕ ਕਲੀਨਿਕਸ ਵਗੈਰਾ ਸਪੈਸ਼ਲ ਕਲੀਨਿਕਸ ਉਹਨਾਂ ਨੂੰ ਅਟੈਂਡ ਕਰਨੇ ਪੈਂਦੇ ਹੈਗੇ ਐਂਡ ਲੇਟਰ ਔਨ ਫਾਰਮ ਆਫ ਦੈਟ ਮੈਮਰੀ ਲੂਜ਼ ਵੀ ਕਈਆਂ ਦੀ ਹੋਣੀ ਚਾਲੂ ਹੋ ਜਾਂਦੀ ਹੈ ਬਿਕੋਜ਼ ਆਫ ਦੇ ਆਰ ਥਿੰਕਿੰਗ ਟੂ ਮਚ ਐਂਡ ਲੈਕ ਆਫ ਸਲੀਪ ਕਰਕੇ ਵੀ ਐਂਡ ਜਿੱਦਾਂ ਤੁਸੀਂ ਕਹਿ ਰਹੇ ਸੀ ਵੀ ਆਲਵੇਜ਼ ਥਿੰਕਿੰਗ ਅਬਾਊਟ ਐਂਡ ਹਮੇਸ਼ਾ ਉਹਨਾਂ ਦੇ ਦਿਮਾਗ 'ਚ ਰਹਿੰਦਾ ਕਿ ਜਿਹੜਾ ਸਾਨੂੰ ਮਾਰਨਾ ਕੋਈ ਦੇ ਜਾਂ ਫਿਰ ਫਿਜ਼ੀਕਲੀ ਸੈਕਸ਼ੁਅਲੀ ਇਮੋਸ਼ਨਲੀ ਜਿਹੜਾ ਅਬਿਊਜ਼ ਹੋ ਰਿਹਾ ਇਟਸ ਆਲਵੇਜ਼ ਅ ਫੀਅਰ ਇਨ ਦੇਅਰ ਮਾਈਂਡ ਸਮ ਕਾਈਂਡ ਆਫ ਤੇ ਇਹ ਜਿਹੜੀ ਹੋਰ ਜਿਹੜੀ ਹੈਗੀ ਆ ਮੈਂਟਲ ਹੈਲਥ ਇਫੈਕਟ ਜਿਹੜਾ ਵਾਇਲੈਂਸ ਦੇ ਥਰੂ ਵੇਖਣ ਦੇ ਵਿੱਚ ਆਇਆ ਡਿਪਰੈਸ਼ਨ ਐਂਡ ਐਂਜ਼ਾਈਟੀ ਕਹਿੰਦੇ ਕਿ ਜ਼ਿਆਦਾ ਐਂਡ 90% ਜਿਹੜੇ ਵੂਮਨ ਸੀ ਕਹਿੰਦੇ ਵੀ ਉਹ ਡਰੱਗਸ ਜਾਂ ਫਿਰ ਐਲਕੋਹਲ ਅਬਿਊਸਿਵ ਹੋ ਜਾਂਦੀਆਂ ਨੇ ਤੇ ਤੁਸੀਂ ਆਪਣੀ ਜਿਹੜੀ ਸੰਸਥਾ ਦੇ ਵਿੱਚ ਹੈ ਕਿ ਇੱਦਾਂ ਵੂਮਨਸ ਆਉਂਦੀਆਂ ਤੁਹਾਡੇ ਕੋਲ ਕਾਫੀ ਜਿਹੜੀਆਂ ਹੈਗੀਆਂ ਜਿਨ੍ਹਾਂ ਨੂੰ ਵਾਇਲੈਂਸ ਹੋਇਆ ਤੇ ਮੁੜ ਕੇ ਉਹਨਾਂ ਨੇ ਡਰੱਗਸ ਜਾਂ ਐਲਕੋਹਲ ਸਟਾਰਟ ਕੀਤੀ ਹੋਈ ਐਕਚੁਅਲੀ ਪੰਜਾਬੀ ਕਮਿਊਨਿਟੀ ਦੇ ਵਿੱਚ ਜਿਹੜੀ ਐਲਕੋਹਲ ਹੈ ਇਜ਼ ਅ ਬਿਗ ਪ੍ਰੋਬਲਮ ਐਨੀਵੇ ਹੈ ਨਾ ਤੇ ਲਾਈਕ ਆਦਮੀਆਂ ਦੇ ਨਾਲ ਵੀ ਪ੍ਰੋਬਲਮ ਹੈਗੀ ਸਾਨੂੰ ਪਤਾ ਹੈ ਕਿ ਇਟਸ ਅ ਬਿਗ ਪ੍ਰੋਬਲਮ ਪਰ ਸਮ ਲੇਡੀਜ਼ ਜਿੱਦਾਂ ਡੋਮੈਸਟਿਕ ਵਾਇਲੈਂਸ ਐਂਗਜ਼ਾਇਟੀ ਡਿਪਰੈਸ਼ਨ ਥੋੜ੍ਹਾ ਦੂਰ ਕਰਨ ਲਈ ਭੁਲਾਉਣ ਲਈ ਜੋ ਉਹਨਾਂ ਦੇ ਨਾਲ ਹਾਦਸੇ ਹੋਏ ਆ ਤਾਂ ਕਦੇ ਕਦੇ ਉਹ ਐਲਕੋਹਲ ਵੀ ਚੱਕ ਲੈਂਦੀਆਂ ਆ ਜਸਟ ਗੋਇੰਗ ਬੈਕ ਟੂ ਤੁਸੀਂ ਕਹਿੰਦੇ ਸੀ ਨਾ ਕਿ ਮਾਈਂਡ 'ਤੇ ਫਰਕ ਪੈਂਦਾ ਆ ਜਿੱਦਾਂ ਚੇਤਾ ਨਹੀਂ ਰਹਿੰਦਾ ਆ ਐਂਡ ਦੋਜ਼ ਥਿੰਗਸ ਇੱਕ ਰਿਸਰਚ ਆਈ ਆ ਹੁਣ ਜਿੱਦਾਂ ਕੈਨੇਡਾ ਅਮਰੀਕਾ ਤੋਂ ਰਿਸਰਚ ਕੀਤੀ ਸੀਗੀ ਕਾਫੀ 10 ਸਾਲ ਉਹਨੇ ਲਾਇਆ ਰਿਸਰਚ ਕਰਨ ਲਈ ਐਂਡ ਐਕਚੁਅਲੀ ਜਿੱਦਾਂ ਸਾਇੰਸ ਨੂੰ ਵੀ ਪਤਾ ਕਿ ਫਾਈਟ ਔਰ ਫਲਾਈਟ ਕੀ ਹੁੰਦਾ ਜਦੋਂ ਤੁਸੀਂ ਤੁਹਾਨੂੰ ਡਰ ਲੱਗਦਾ ਆ ਐਂਡ ਜਦੋਂ ਤੁਸੀਂ ਤੁਹਾਡੇ ਸਾਹਮਣੇ ਕੋਈ ਗੱਲ ਹੁੰਦੀ ਕੋਈ ਬੰਦਾ ਆਉਂਦਾ ਆ ਤੁਹਾਡੇ ਸਾਹਮਣੇ ਜਿਹਦੇ ਦੇ ਕਰਕੇ ਤੁਹਾਨੂੰ ਘਬਰਾਹਟ ਹੁੰਦੀ ਆ ਉਹਦੇ ਕਰਕੇ ਤੁਹਾਡੇ ਬ੍ਰੇਨ 'ਤੇ ਅਸਰ ਪੈਂਦਾ ਹੁਣ ਜਿੱਦਾਂ ਸਾਡੀ ਬ੍ਰੇਨ ਜਿਹੜੇ ਤਰੀਕੇ ਨਾਲ ਬਣੀ ਹੈ ਸੋ ਉਹ ਸਾਡੇ ਲਈ ਸਾਨੂੰ ਪ੍ਰੋਟੈਕਟ ਕਰਨ ਲਈ ਬਣੀ ਹੈ ਸੋ ਜਦੋਂ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਆ ਜਿਹਦੇ ਕੋਲੋਂ ਸਾਨੂੰ ਡਰ ਲੱਗਦਾ ਆ ਅਤੇ ਜਿਹੜੀ ਸਾਡੀ ਉਹ ਬ੍ਰੇਨ ਦੇ ਵਿੱਚ ਉਹਨੂੰ ਅਮਿਗਡਲਾ ਕਹਿੰਦੇ ਆ ਉੱਥੇ ਪਿੱਛੇ ਆ ਬ੍ਰੇਨ ਦੇ ਪਿੱਛੇ ਹੈ ਨਾ ਉਹ ਅਮਿਗਡਲਾ ਚੱਲਣ ਲੱਗ ਪੈਂਦਾ ਆ ਤਾਂ ਉਹ ਸਾਡਾ ਬਚਾਅ ਕਰਨ ਲਈ ਉਹ ਚੱਲ ਪੈਂਦਾ ਆ ਸਾਰੇ ਲੋਕਾਂ ਨਾਲ ਇੱਦਾਂ ਹੁੰਦੀ ਆ ਐਂਡ ਜਦੋਂ ਉਹ ਚੱਲਦਾ ਨਾ ਜਿਹੜੇ ਤੁਹਾਡੀ ਥਿੰਕਿੰਗ ਪਾਰਟ ਆਫ ਦ ਬ੍ਰੇਨ ਆ ਉਹ ਸਾਹਮਣੇ ਆ ਉਹ ਜਿਹੜੀ ਪਾਰਟ ਆਫ ਦ ਬ੍ਰੇਨ ਆ ਉਹ ਥੋੜ੍ਹੀ ਜਿੱਦਾਂ ਘੱਟ ਕੰਮ ਕਰਨ ਲੱਗ ਪੈਂਦੀ ਆ ਜਾਂ ਫਿਰ ਉਹ ਕੰਪਲੀਟਲੀ ਬੰਦ ਹੋ ਜਾਂਦੀ ਆ ਕੰਮ ਕਰਨੇ ਤੋਂ ਬਿਕਾਜ਼ ਜਿਹੜੀ ਤੁਹਾਡੀ ਬ੍ਰੇਨ ਆ ਉਹ ਤੁਹਾਨੂੰ ਪ੍ਰੋਟੈਕਟ ਕਰਨਾ ਚਾਹੁੰਦੀ ਆ ਉਹ ਇੱਦਾਂ ਨਹੀਂ ਚਾਹੁੰਦੀ ਕਿ ਤੁਸੀਂ ਸੋਚੋ ਕਿ ਇੱਦਾਂ ਕਰਾਂ ਜਾਂ ਉੱਦਾਂ ਇੱਕਦਮ ਸਟ੍ਰੇਟ ਅਵੇ ਰਿਸਪੌਂਸ ਚਾਹੀਦਾ ਤੁਹਾਨੂੰ ਸ਼ੀਲਡ ਹੋ ਜਾਂਦੀ ਹਾਂਜੀ ਸੋ ਜਦੋਂ ਇੱਦਾਂ ਹੁੰਦੀ ਆ ਫਿਰ ਦੈਟਸ ਵਾਈ ਜਿਹੜਾ ਤੁਹਾਡਾ ਥਿੰਕਿੰਗ ਪਾਰਟ ਆਫ ਦ ਬ੍ਰੇਨ ਆ ਉਹ ਬੰਦ ਹੋ ਜਾਂਦਾ ਫਿਰ ਜਦੋਂ ਤੁਸੀਂ ਸੋਚਦੇ ਆ ਤੁਹਾਡੀ ਮਾਈਂਡ ਫਜ਼ੀ ਰਹਿੰਦਾ ਆ ਫਿਰ ਬਿਕਾਜ਼ ਉਹ ਚੱਲ ਨਹੀਂ ਰਿਹਾ ਸਹੀ ਤਰੀਕੇ ਦੇ ਨਾਲ ਯੈਸ So that's why people, women, children, they get fuzzy. ਉਹਨਾਂ ਨੂੰ ਚੇਤਾ ਨਹੀਂ ਰਹਿੰਦਾ ਜਾਂ ਫਿਰ ਜਿੱਦਾਂ ਕਿੰਨੇ ਲੋਕੀ ਸੋਚਦੇ ਕਿ ਉਹ ਰਿਪੋਰਟ ਕਰੋ ਪੁਲਿਸ ਨੂੰ ਸਟੇਟਮੈਂਟ ਦੇਵੋ ਫਿਰ ਲੋਕੀ ਕਹਿੰਦੇ ਪਹਿਲਾਂ ਇੱਦਾਂ ਕਹਿੰਦੀ ਸੀਗੀ ਹੁਣ ਇੱਦਾਂ ਕਹਿਣ ਲੱਗ ਪਈ ਆ ਐਂਡ ਐਕਚੁਅਲੀ ਈਵਨ ਪੁਲਿਸ ਨੂੰ ਵੀ ਪਤਾ ਹੁਣ ਕਿ ਦੈਟਸ ਦ ਰੀਜ਼ਨ ਵਾਈ ਬਿਕਾਜ਼ ਜਦੋਂ ਉਹ ਹਾਦਸਾ ਹੋਇਆ ਕਿ ਜੇ ਉਹਨਾਂ ਦੀ ਕੋਰਟੈਕਸ ਸਵਿਚ ਆਫ ਹੋ ਗਈ ਹੈ ਜਿਹੜਾ ਸੋਚਣ ਵਾਲੇ ਪਾਰਟ ਹੈ ਬ੍ਰੇਨ ਦਾ ਫਿਰ ਦੈਟਸ ਵਾਈ ਉਹਨਾਂ ਨੂੰ ਥੋੜ੍ਹੀ ਗੱਲਾਂ ਚੇਤੇ ਆਉਂਦੀ ਜਾਂ ਹੌਲੀ ਚੇਤੇ ਆਉਂਦੀਆਂ ਕੱਲ੍ਹ ਨੂੰ ਪਰਸੋਂ ਨੂੰ ਅਗਲੇ ਹਫ਼ਤੇ ਅਗਲੇ ਮਹੀਨੇ ਹੋਰ ਗੱਲ ਚੇਤੇ ਆਉਣੀ ਆ ਕਿੰਨੀ ਵਾਰੀ ਪੁਲਿਸ ਸੋਚਦੀ ਕਿ ਪਹਿਲਾਂ ਨਹੀਂ ਮਹੀਨਾ ਪਹਿਲਾਂ ਦੱਸਿਆ ਨਹੀਂ ਜਦੋਂ ਸਟੇਟਮੈਂਟ ਦਿੱਤੀ ਸੀ ਐਂਡ ਦੈਟਸ ਦ ਰੀਜ਼ਨ ਵਾਈ ਐਂਡ ਦੈਟਸ ਫੈਕਟ ਇੱਦਾਂ ਹੁੰਦੀ ਆ ਐਂਡ ਸੇਮ ਥਿੰਗ ਸਾਡੇ ਬੋਡੀ 'ਤੇ ਜਿਹੜਾ ਫਰਕ ਪੈਂਦਾ ਹੈ ਅਸਰ ਪੈਂਦਾ ਆ ਸਾਡੇ ਢਿੱਡ 'ਤੇ ਅਸਰ ਪੈਂਦਾ ਕਿਉਂਕਿ ਜਦੋਂ ਤੁਸੀਂ ਫਾਈਟ ਔਰ ਫਲਾਈਟ ਦੇ ਵਿੱਚ ਜਾਂਦੇ ਆ ਅਤੇ ਤੁਹਾਡੀ ਜਿਹੜਾ ਤੁਹਾਡੀ ਬ੍ਰੇਨ ਆ ਉਹ ਸੋਚਦੀ ਆ ਹੁਣ ਸਾਡੇ ਸਾਹਮਣੇ ਕੋਈ ਡੇਂਜਰਸ ਚੀਜ਼ ਆਈ ਆ ਕਿ ਅਸੀਂ ਜਾਂ ਲੜਨਾ ਜਾਂ ਅਸੀਂ ਇੱਥੋਂ ਦੌੜਨਾ ਆ ਹੈ ਨਾ ਸੋ ਜਦੋਂ ਇੱਦਾਂ ਹੁੰਦੀ ਆ ਜਿਹੜਾ ਤੁਹਾਡਾ ਬਲੱਡ ਆ ਜਿਹੜਾ ਦਿਲ ਬਲੱਡ ਪੰਪ ਕਰਦਾ ਆ ਉਹ ਸਾਰਾ ਤੁਹਾਡੇ ਲੱਤਾਂ ਨੂੰ ਤੇ ਬਾਹਾਂ ਨੂੰ ਚਲ ਜਾਂਦਾ ਆ ਬਿਕਾਜ਼ ਯੂ ਗੋਨਾ ਰਨ ਫਾਈਟ ਉਹ ਫਲਾਈਟ ਸੋ ਦੌੜਨਾ ਜਾਂ ਫਾਈਟ ਕਰਨਾ ਉਹਦੇ ਕਰਕੇ ਫਿਰ ਜਿਹੜੇ ਤੁਹਾਡੇ ਔਰਗਨਸ ਤੇ ਖੂਨ ਹੈ ਉੱਥੇ ਬ੍ਰੇਨ ਸੋਚਦੀ ਕਿ ਮੈਨੂੰ ਉੱਥੇ ਹੁਣ ਚਾਹੀਦਾ ਨਹੀਂ ਇਸ ਵੇਲੇ ਖੂਨ ਸਾਰੀ ਬਾਹਾਂ ਤਾਂ ਲੱਤਾਂ ਦੇ ਵਿੱਚ ਚਾਹੀਦਾ ਆ ਤਾਂ ਐਵਰੀ ਇੱਕ ਵਾਰੀ ਹੋਇਆ ਠੀਕ ਆ ਦੋ ਵਾਰੀ ਹੋਇਆ ਠੀਕ ਹੈ ਪਰ ਜਦੋਂ ਕੌਨਸਟੈਂਟਲੀ ਇਹ ਹੁੰਦਾ ਆ ਜਿਹਨਾਂ ਦੇ ਘਰ ਦੇ ਵਿੱਚ ਡੋਮੈਸਟਿਕ ਅਬਿਊਜ਼ ਆ ਉਹ ਪ੍ਰੋਬਲਮਸ ਕੌਨਸਟੈਂਟਲੀ ਹੁੰਦੀਆਂ ਤੁਹਾਡੀ ਕੋਰਟੈਕਸ ਕੌਨਸਟੈਂਟਲੀ ਚੱਲਦਾ ਆ
ਸਰਵਾਈਵਲ ਮੋਡ ਦੇ ਵਿੱਚ ਤੁਹਾਡੀ ਬੋਡੀ ਰਹਿੰਦੀ ਆ। ਫਿਰ ਜਿਹੜਾ ਉਹ ਬਲੱਡ ਤੁਹਾਡੇ organs ਦੇ ਆਲੇ ਦੁਆਲੇ ਘੁੰਮਦਾ ਆ, ਉਹ ਫਿਰ ਕਨਸਟੈਂਟਲੀ ਤੁਹਾਡੇ ਬਾਹਾਂ ਨੂੰ ਤੇ ਲੱਤਾਂ ਨੂੰ ਜਾਂਦਾ। ਐਂਡ ਸਾਨੂੰ ਪਤਾ ਹੈ ਕਿ ਜਿਹੜੇ ਸਾਡੇ organs ਆ ਆਕਸੀਜਨ ਨਾਲ ਚੱਲਦੇ ਆ। ਹਾਂਜੀ, ਆਕਸੀਜਨ ਸਾਡੇ ਖੂਨ ਦੇ ਵਿੱਚ ਹੁੰਦਾ ਆ, ਸਾਡੇ ਖੂਨ ਜਦੋਂ ਇੱਦਾਂ ਘੁੰਮਦਾ ਆ ਬੋਡੀ ਦੇ ਵਿੱਚ ਨਾ, ਸੋ ਵੈਨ ਯੂਰ organs ਨੂੰ ਆਕਸੀਜਨ ਸਹੀ ਤਰੀਕੇ ਨਾਲ ਨਹੀਂ ਮਿਲਦਾ, ਫਿਰ ਉਹਦੇ ਨਾਲ ਤੁਹਾਨੂੰ ਤੁਹਾਡਾ ਜਿਹੜੇ organs ਦੇ ਇਨਫ ਆਕਸੀਜਨ ਨਹੀਂ ਮਿਲਦਾ, ਉਹਦੇ ਨਾਲ ਫਿਰ ਡੈਮੇਜ ਹੋਣ ਲੱਗ ਪੈਂਦਾ। ਇਸ ਕਰਕੇ ਇਰੀਟੇਬਲ ਬਾਊਲ ਸਿੰਡਰੋਮ ਹੋਣ ਲੱਗ ਪੈਂਦਾ ਢਿੱਡ ਦੇ ਵਿੱਚ, ਬਿਕਾਜ਼ ਤੁਹਾਡੀ ਇੰਟੈਸਟਿਨਸ ਜਿਹੜੀਆਂ ਉਹਨਾਂ ਨੂੰ ਖੂਨ ਨਹੀਂ ਜਾਂਦਾ। ਸੋ all of these things are linked. You know, yes, yeah. So domestic violence can cause irritable bowel syndrome, liver, kidney the problems, stomach the problems ho sakdiyan, vomiting, all of these things, fainting, passing out. All these things are effects of domestic abuse or any trauma। ਬੱਚਿਆਂ ਤੇ ਜਦੋਂ ਛੋਟੇ ਬੱਚਿਆਂ ਤੇ ਕਦੇ ਸੈਕਸ਼ੂਅਲ ਅਬਿਊਜ਼ ਹੁੰਦਾ, ਉਹਨਾਂ ਦੇ ਨਾਲ ਵੀ ਇਹੀ ਹੁੰਦਾ। ਹੁਣ ਕੁਝ ਲੋਕੀ ਸੋਚਦੇ ਆ ਕਿ ਇਹਨਾਂ ਨੂੰ ਅਸੀਂ ਪੜ੍ਹਾਉਂਦੇ ਆ, ਸਿੱਖਦੇ ਨਹੀਂ ਹੈਗੇ, why aren't they learning? Yeah, we will talk about that as well. Yeah, so that's all affects it, all works that way। ਵੂਮਨਸ ਦਾ ਮੇਨ ਜਿਹੜਾ ਹੈਗਾ ਹਨਾ ਕਿ ਸੋ ਜਿੱਦਾਂ ਤੁਸੀਂ ਤੁਹਾਡੇ ਦੇਖਣ 'ਚ ਆਇਆ ਕਿ ਡੈਫੀਨੇਟਲੀ ਦੇਰ ਇਜ਼ ਜਿਹੜੀ ਵੂਮਨਸ ਦੀ ਡੋਮੈਸਟਿਕ ਵਾਇਲੈਂਸ ਹੁੰਦਾ, ਉਹ ਡਰੱਗਸ ਤੇ ਅਲਕੋਹਲ ਵੱਲ ਚਲੀ ਜਾਂਦੀਆਂ ਹੈਗੀਆਂ, ਬਿਕੋਜ਼ ਟੂ ਰਿਲੀਵ ਦ ਸਟ੍ਰੈਸ ਦੇ ਗੋਇੰਗ ਥਰੂ। ਸੋ ਮੀਨਵਾਈਲ ਹਨਾ, ਕਿਉਂਕਿ ਉਹ ਜਦੋਂ ਸਟ੍ਰੈਸ ਤੋਂ ਰਿਲੀਫ ਹੋਣੀ ਕਈ ਵਾਰੀ ਲਾਈਟਰ ਔਨ ਆਦਤ ਵੀ ਬਣ ਜਾਂਦੀ ਹੈ, ਬਿਕੋਜ਼ ਦੇ ਆਰ ਐਵਰੀਡੇ ਟੇਕਿੰਗ ਹਨਾ, ਕਿਉਂਕਿ ਟਰੋਮਾ ਜਿੱਦਾਂ ਤੁਸੀਂ ਦੱਸਿਆ ਵੀ ਸਾਡਾ ਬ੍ਰੇਨ ਜਿਹੜਾ ਇਸ ਤਰੀਕੇ ਨਾਲ ਕੰਮ ਕਰਦਾ ਕਿ ਜਿਹੜੇ ਅਸੀਂ ਇਨਸੀਡੈਂਟ ਕਹਿ ਲਓ ਵੀ ਦੇਖਿਆ ਹੋਏ, ਐਂਡ ਐਵਰੀ ਟਾਈਮ ਦੈਟ person confront of us, and ਅਸੀਂ ਫਿਰ ਉਹਨੂੰ ਉੱਦਾਂ ਹੀ ਅਬਜ਼ਰਵ ਕਰਦੇ ਆ ਵੀ ਇਹਨੇ ਜ਼ਰੂਰ ਮੈਨੂੰ ਕੁਛ ਨਾ ਕੁਛ ਕਹਿਣਾ ਜਾਂ ਕੋਈ ਨਾ ਕੋਈ ਇਨਸੀਡੈਂਟ ਅਗੇਨ ਹੋਏਗਾ, ਐਂਡ ਵਾਟ ਹੈਪਨ ਲਾਸਟ ਟਾਈਮ ਇਟਸ ਗੋਇੰ ਬੀ ਹੈਪਨ। ਸੋ ਰਿਪੀਟ ਪੈਟਰਨ ਕਰਕੇ ਜਿਹੜਾ ਹੈਗਾ ਉਹ ਇੱਕ ਬਿਹੇਵੀਅਰ ਬਣ ਜਾਂਦਾ ਉਹ ਦਿਮਾਗ ਦਾ ਸਾਡੇ। ਨੈਕਸਟ ਜਿਹੜੀ ਹੈਗੀ ਆ ਮੈਂ ਜਾਣਨਾ ਚਾਹਾਂਗੀ ਕਿ ਹੂ ਕੈਨ ਹੈਲਪ ਵਿਮਨਸ, ਜਦੋਂ ਅਸੀਂ ਸਾਰੇ ਜਾਣਦੇ ਹਾਂ ਵੀ ਇਨ ਆਵਰ ਸੁਸਾਇਟੀ ਦੇ ਵਿੱਚ ਕਈ ਔਰਤਾਂ ਹੈਗੀਆਂ ਜਿਨ੍ਹਾਂ 'ਤੇ ਇਹ ਜ਼ੁਲਮ ਹੋ ਰਿਹਾ ਜਾਂ ਜਿਹੜੀਆਂ ਜਾ ਰਹੀਆਂ, ਪਰ ਅਸੀਂ ਮਦਦ ਕਿਸ ਤਰੀਕੇ ਦੇ ਨਾਲ ਆਪਣੀ ਕਰ ਸਕਦੇ ਹਾਂ, ਸਪੈਸ਼ਲੀ ਆਵਰ ਸਟਾਫ ਜਿਹੜੀ ਵੂਮਨਸ ਦੇਖ ਰਹੀਆਂ ਨੇ, ਉਹ ਫਸਟ ਸਟੈਪ ਉਹਨਾਂ ਨੂੰ ਕੀ ਲੈਣਾ ਚਾਹੀਦਾ ਹੈ ਕਿ ਦੇ ਵੋਂਟ ਗੋ ਇਨ ਟੂ ਐਲਕੋਹਲ ਜਾਂ ਡਰੱਗਸ 'ਤੇ ਨਾ ਜਾਣ, ਜਾਂ ਜਿਹੜੀ ਉਹਨਾਂ ਦੀ ਮੈਮਰੀ ਨੂੰ ਇਫੈਕਟ ਹੋ ਰਿਹਾ ਉਹ ਨਾ ਹੋਏ, ਉਹ ਕਿਸ ਤਰੀਕੇ ਦੇ ਨਾਲ ਆਪਣੀ ਮਦਦ ਲੈ ਸਕਦੀਆਂ ਨੇ? ਫਰਸਟਲੀ ਸਾਨੂੰ ਖੁਦ ਆਪਣੇ ਆਪ ਨੂੰ ਹੈਲਪ ਕਰਨਾ ਚਾਹੀਦਾ ਬਿਫੋਰ ਅਸੀਂ ਹੋਰ ਕਿਸੇ ਵੱਲ ਦੇਖੀਏ ਹੈਲਪ ਕਰਨ ਲਈ, ਹੈ ਨਾ। ਸੋ ਵੀ ਹੈਵ ਟੂ ਬਿਲੀਵ ਕਿ ਸਾਡੀ ਜਿਹੜਾ ਸੋਚ ਆ ਉਹ ਇਹ ਹੋਣਾ ਚਾਹੀਦਾ ਕਿ ਕਿ ਜਿਹੜੀ ਮੇਰੀ ਲਾਈਫ ਆ ਮੇਰੇ ਲਈ ਵੈਲਿਊਬਲ ਆ, ਇਹਦੇ ਕਰਕੇ ਮੈਂ ਕਿ ਜੋ ਹੋ ਰਿਹਾ ਮੇਰੇ ਨਾਲ ਉਹ ਮੈਂ ਡਿਜ਼ਰਵ ਨਹੀਂ ਕਰਦੀ ਹੈਗੀ। ਇਸ ਕਰਕੇ ਪਹਿਲਾਂ ਤਾਂ ਇਹ ਬਿਲੀਵ ਕਰਨਾ ਚਾਹੀਦਾ ਕਿ ਵੀ ਡੋਂਟ ਡਿਜ਼ਰਵ ਦਿਸ, ਹੈ ਨਾ, ਦਿਸ ਬਿਹੇਵੀਅਰ, ਦਿਸ ਜੋ ਸਾਡੇ ਨਾਲ ਹੋ ਰਿਹਾ। ਐਂਡ ਦੈਨ ਫਿਰ ਤੁਹਾਡੇ ਵਿੱਚ ਥੋੜ੍ਹਾ ਸਟਰੈਂਥ ਆਉਂਦਾ ਕਿ ਤੁਸੀਂ ਹੋਰ ਕਿਸੇ ਕੋਲ ਜਾ ਕੇ ਫਿਰ ਮਦਦ ਮੰਗ ਸਕਦੇ ਆ। ਐਂਡ that might be your GP, ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਜਿੱਦਾਂ ਐਂਗਜ਼ਾਇਟੀ ਡਿਪਰੈਸ਼ਨ ਵੱਧ ਰਿਹਾ, ਤੁਸੀਂ ਆਪਣੇ GP ਡਾਕਟਰ ਦੇ ਨਾਲ ਗੱਲ ਕਰ ਸਕਦੇ ਆ, ਉਹਨਾਂ ਨੂੰ ਦੱਸ ਸਕਦੇ ਆ। ਡਾਕਟਰਾਂ ਨੂੰ ਵੀ ਪਤਾ ਹੁੰਦਾ ਕਿ ਕਿਹਨੂੰ ਤੁਸੀਂ ਕੰਟੈਕਟ ਕਰ ਸਕਦੇ ਆ। ਕਦੇ ਸਰਜਰੀ ਦੇ ਵਿੱਚ ਪੋਸਟਰ ਲੱਗੇ ਹੁੰਦੇ ਆ ਹੈਲਪ ਲਾਈਨਸ ਲਈ, ਜੋ ਵੀ ਹੈਗਾ। But yeah, so you can go to help, even you can contact me, my organisation, any domestic violence ਤੁਸੀਂ ਫੋਨ ਤੇ ਦੇਖ ਲਓ, ਆਪਣਾ ਲੁੱਕ ਅਪ ਕਰ ਲਓ domestic violence help, ਇੰਨੇ ਨੰਬਰ ਅੱਜ ਦੇ ਨੈਸ਼ਨਲ ਹੈਲਪ ਲਾਈਨਸ ਹੈਗੀਆਂ, ਲੋਕਲ ਹੈਲਪ ਲਾਈਨਸ ਹੈਗੀਆਂ। ਤਾਂ ਈਜ਼ੀ ਹੈ ਕਿ ਜੇ ਤੁਹਾਨੂੰ ਪ੍ਰੋਬਲਮ ਹੈਗੀ ਹੈ ਕਿ ਤੁਸੀਂ ਆਪਣੇ ਡਾਕਟਰ ਨੂੰ ਦੱਸੋ, ਨਾਲੇ ਥੋੜ੍ਹਾ ਰੈਕੋਰਡ ਵੀ ਬਣ ਜਾਂਦਾ, ਦੈਟਸ ਰੀਲੀ ਇੰਪੋਰਟੈਂਟ। ਨਾਲੇ ਜਿੱਦਾਂ ਡਿਪਰੈਸ਼ਨ ਐਂਗਜ਼ਾਇਟੀ ਨੂੰ ਤਾਂ ਡਾਕਟਰ ਜਿੱਦਾਂ ਟਾਕਿੰਗ ਥੈਰੇਪੀਜ਼ ਲਈ ਵੀ ਭੇਜ ਸਕਦੇ ਆ। ਜ਼ਰੂਰੀ ਨਹੀਂ ਕਿ ਤੁਸੀਂ ਦਵਾਈ ਲੈਣੀ ਆ, ਦਵਾਈ ਸਾਰਿਆਂ ਲਈ not for everybody, yes, and ਇਹ ਵੀ ਇੰਪੋਰਟੈਂਟ ਆ ਕਿ ਤੁਸੀਂ ਉੱਦਾਂ ਮੈਂ ਕਹਿ ਰਹੀ ਹਾਂ ਚੈੱਕ ਵਿਦ ਯੋਰ GP, ਪਰ ਜਿਹੜੇ ਡਿਪਰੈਸ਼ਨ ਮੈਡੀਕੇਸ਼ਨ ਆ ਉਹਨਾਂ ਦੇ ਕਾਫੀ ਸਾਈਡ ਇਫੈਕਟਸ ਵੀ ਹੁੰਦੇ, ਉਹ ਵੀ ਤੁਹਾਨੂੰ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਆ ਕਿ ਜਿਹੜੀ ਡਿਪਰੈਸ਼ਨ ਮੈਡੀਕੇਸ਼ਨ ਉਹ ਕਦੇ ਸਾਈਡ ਇਫੈਕਟਸ ਉਹਨਾਂ ਨੂੰ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਵੀ ਤੁਹਾਨੂੰ ਭੇਜ ਸਕਦੇ ਆ। ਸੁਇਸਾਈਡਲ ਥੋਟਸ ਵੀ ਉਹਦੇ ਉੱਤੇ ਲਿਖਿਆ ਹੁੰਦਾ ਆ, ਸਾਰੇ ਸਾਈਡ ਇਫੈਕਟਸ। ਸੋ ਇਟਸ ਰੀਲੀ ਇੰਪੋਰਟੈਂਟ ਕਿ ਕਿਸੇ ਨਾਲ ਜਿਹੜੀ ਟਾਕਿੰਗ ਥੈਰੇਪੀਜ਼ ਆ, ਆਈ ਥਿੰਕ ਦੇ ਆਰ ਬ੍ਰਿਲੀਅੰਟ, ਕਿ ਤੁਸੀਂ ਕਿਸੇ ਨਾਲ ਗੱਲ ਕਰੋ ਜਿਨ੍ਹਾਂ ਨੂੰ ਤੁਸੀਂ ਟਰਸਟ ਕਰ ਸਕਦੇ ਆ, ਕਿ ਇੱਦਾਂ ਨਹੀਂ ਕੋਈ ਰਿਸ਼ਤੇਦਾਰ ਹੋਗਾ ਜਿਹੜਾ ਜਾ ਕੇ ਮੁੜ ਕੇ ਦੱਸੂਗਾ ਕਿ ਮੈਨੂੰ ਕਿਉਂਕਿ ਇਹ ਆਪਣੇ ਕਮਿਊਨਿਟੀ 'ਚ ਕਾਫੀ ਪ੍ਰੋਬਲਮ ਹੈ, ਅਸੀਂ ਕਿਸੇ ਨੂੰ ਦੱਸਦੇ ਨਹੀਂ ਆ। ਵੈਨ ਵੀ ਹੈਵ ਟੂ ਕੋਪ ਆਵਰਸੈਲਫ, ਫਿਰ ਉਹ ਜ਼ਿਆਦਾ ਹਾਰਡ ਹੋ ਜਾਂਦਾ। ਜਿੱਦਾਂ ਤੁਸੀਂ ਦੱਸਿਆ ਵੀ ਜੇਕਰ ਆਪਾਂ ਜਿਹੜੀ ਹੈਗੀ ਐਂਜ਼ਾਇਟੀ ਲਈ ਜਾਂ ਕਿਸੇ ਹੋਰ ਡਿਪਰੈਸ਼ਨ ਲਈ ਟੈਬਲੇਟਸ ਜਾਂ ਦਵਾਈ ਲੈ ਰਹੇ ਹਾਂ, ਅਤੇ ਜੇਕਰ ਜਿਹੜੀ ਵੂਮਨਸ ਐਲਕੋਹਲ ਜਾਂ ਡਰੱਗਸ ਲੈ ਰਹੀਆਂ ਉਹਦੇ 'ਤੇ ਹੋਰ ਜ਼ਿਆਦਾ ਅਸਰ ਹੋ ਜਾਂਦਾ, ਬਿਕੋਜ਼ ਸਰਟਨ ਮੈਡੀਸਨ
ਪਰਸਨ ਜਿਹੜਾ ਤੁਸੀਂ ਉਹਦੇ ਨਾਲ ਲੈ ਨਹੀਂ ਸਕਦੇ ਹੈਗੇ ਐਂਡ ਬਟ ਇਫ ਦੇ ਡੋਂਟ ਨੋ ਦੈਨ ਇਟਸ ਗੋਇੰ ਟੂ ਬੀ ਮੋਰ ਹਾਰਡਰ ਬਟ ਜਿਹੜੀ ਜਿੱਦਾਂ ਕਿ ਸੁਦੇਸ਼ ਨੇ ਮੈਂਸ਼ਨ ਕੀਤਾ ਕਿ ਦੇਰ ਇਜ਼ ਅ ਲਿਸਟ ਆਫ ਜਿਹੜੇ ਹੈਗੇ ਕਿ ਸੰਸਥਾਵਾਂ ਜਿੱਥੋਂ ਤੁਸੀਂ ਆਪਣੀ ਹੈਲਪ ਲੈ ਸਕਦੇ ਹੋ ਜਿਹਦੇ ਵਿੱਚ ਮੈਂਟਲ ਹੈਲਥ ਸਰਵਿਸ ਦੀ ਲਿਸਟ ਹੈਗੀ ਅਗਰ ਤੁਹਾਨੂੰ ਲੱਗਦਾ ਵੀ ਤੁਹਾਨੂੰ ਕੋਈ ਇੱਦਾਂ ਦੀ ਪ੍ਰੋਬਲਮ ਹੈਗੀ ਹੈ ਤੇ ਤੁਸੀਂ ਉੱਥੋਂ ਵੀ ਲੈ ਸਕਦੇ ਹੋ ਅਗਰ ਤੁਸੀਂ ਡਾਕਟਰ ਜਾਂ GP ਨੂੰ ਨਹੀਂ ਮਿਲਣਾ ਚਾਹੁੰਦੇ ਦੇਰ ਇਜ਼ ਥਿੰਗਸ ਟੂ ਕਾਮ yourself ਜਾਂ ਮੈਡੀਟੇਸ਼ਨ ਜਾਂ ਸਰਟਨ ਐਕਟੀਵਿਟੀਜ਼ ਜਿਹੜੀ ਤੁਸੀਂ ਸਟਾਰਟ ਕਰ ਸਕਦੇ ਹੋ ਹੋਮ ਟੂ ਟਰਾਈ ਟੂ ਕੋਪ ਇਫ ਯੂ ਫੀਲ ਬੈਟਰ ਵਿਦ ਦੈਟ ਦੈਟਸ ਫਾਈਨ ਜੇਕਰ ਤੁਹਾਨੂੰ GP ਦੀ ਲੋੜ ਹੈ ਜਿੱਦਾਂ ਸੁਦੇਸ਼ ਨੇ ਮੈਂਸ਼ਨ ਕੀਤਾ ਯੂ ਸ਼ੁੱਡ ਗੋ ਟੂ GP ਐਂਡ ਮੈਂਸ਼ਨ ਦੈਟ ਤੁਹਾਡਾ ਰਿਕਾਰਡ ਬਣ ਜਾਂਦਾ ਹੈ ਕਿ ਸ਼ੀ ਕੇਮ ਟੂ ਸੀ ਫॉर ਸਰਟਨ ਲੇਟਰ ਔਨ ਅਗਰ ਕੋਈ ਤੁਸੀਂ ਕਦਮ ਉਠਾਉਣਾ ਹੋਏ ਤੇ ਉਹਦੇ ਲਈ ਤੇ ਇਹਦੇ ਨਾਲ ਜਿਹੜੀ ਹੈਗੀ ਨੈਸ਼ਨਲ ਸੈਕਸ਼ੂਅਲ ਇਨਸਲਟ ਹੈਲਪਲਾਈਨ ਵੀ ਹੈਗੀ ਉਹਦਾ ਨੰਬਰ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਜੋ ਕਿ ਹੈ 800 656 ਐਂਡ ਹੌਪ 4673 ਜੋ ਕਿ ਇੰਟਰਨੈਸ਼ਨਲੀ ਹੈਗੀ ਅਗਰ ਪਾਓਗੇ ਨੈਸ਼ਨਲ ਸੈਕਸ਼ੂਅਲ ਇਨਸਲਟ ਹੌਟਲਾਈਨ ਉਹਦੇ ਤੇ ਆ ਜਾਏਗੀ ਹੋਰ ਵੀ ਕਾਫੀ ਆਪਣੇ ਲੋਕਲ ਜਿਹੜੀ ਕਮਿਊਨਿਟੀਜ਼ ਹੈ ਜਿੱਦਾਂ ਕਿ ਤੁਹਾਡੀ ਸੰਸਥਾ ਹੈ ਸੁਦੇਸ਼ ਉਹ ਵੀ ਹੈਲਪ ਕਰਦੇ ਹੈਗੇ ਸੋ ਅਲੱਗ-ਅਲੱਗ ਤਰੀਕੇ ਨਾਲ ਤੁਸੀਂ ਆਪਣੀ ਮਦਦ ਲੈ ਸਕਦੇ ਹੋ ਜੇਕਰ ਤੁਸੀਂ ਘਰੇ ਵੀ ਅਗਰ ਰਹਿ ਕੇ ਆਪਣਾ ਸਟਾਰਟ ਕਰਨਾ ਚਾਹੁੰਦੇ ਕੋਈ ਸਟਾਰਟਿੰਗ ਪੁਆਇੰਟ ਟੂ ਲੁੱਕ ਫੋਰਵਰਡ ਫॉर ਇਟ ਸੋ ਇਹ ਨਹੀਂ ਹੈਗਾ ਵੀ ਤੁਸੀਂ ਕਿਸੇ ਨਾਲ ਗੱਲ ਕਰਨੀ ਹੈ ਦੇਰ ਇਜ਼ ਅ ਆਨਲਾਈਨ ਸਰਵਿਸ ਅਵੇਲੇਬਲ ਜਦੋਂ ਘਰ ਨਾ ਹੋਏ ਤੁਸੀਂ ਉਹ ਵੀ ਲੈ ਸਕਦੇ ਹੋ there's lots of helplines Samaritans ਨੂੰ ਤੁਸੀਂ ਫੋਨ ਕਰ ਸਕਦੇ ਜੇ ਬੱਚਾ ਹੋਵੇ ਚਾਈਲਡਲਾਈਨ ਨੂੰ ਫੋਨ ਕਰ ਸਕਦੇ ਆ there's lots of services but ਤੁਸੀਂ ਆਪਣੀ ਹੈਲਪ ਵੀ ਆਪਣੇ ਆਪ ਨੂੰ ਵੀ ਹੈਲਪ ਕਰ ਸਕਦੇ ਆ you know things like you enjoy doing do things that you enjoy doing physical activity gardening reading ਜੇ ਤੁਹਾਨੂੰ ਪਾਠ ਕਰਨਾ ਜਾਂ ਤੁਹਾਨੂੰ ਸ਼ਾਂਤੀ ਮਿਲਦੀ ਤੁਸੀਂ ਪਾਠ ਕਰੋ ਜੇ ਤੁਸੀਂ ਕਿਤਾਬਾਂ ਪੜ੍ਹਨਾ ਚਾਹੁੰਦੇ ਕਿਤਾਬਾਂ ਪੜ੍ਹੋ ਜੇ ਹੌਟ ਬਾਥ ਲੈ ਕੇ ਤੁਹਾਡੇ ਲਈ ਥੋੜ੍ਹਾ ਰਿਲੈਕਸ ਹੁੰਦਾ ਤੁਸੀਂ ਉਹ ਕਰੋ ਇਟਸ ਹਾਰਡ ਬਿਕਾਜ਼ ਜਦੋਂ ਡੋਮੈਸਟਿਕ ਅਬਿਊਜ਼ ਸਿਚੁਏਸ਼ਨ ਹੁੰਦਾ ਕੁਝ you can't think and sometimes you're not allowed to do certain things ਕਿ ਤੁਹਾਨੂੰ ਪਰਮਿਸ਼ਨ ਨਹੀਂ ਹੈਗੀ ਕਿ ਤੁਸੀਂ certain ਚੀਜ਼ਾਂ ਵੋਕ ਲਈ ਜਾਓ ਇਕੱਲੇ ਜਾਂ ਜੋ ਵੀ ਹੈਗਾ ਨਾ ਸੋ ਕਦੇ ਕਦੇ ਉਹਦੇ ਨਾਲ ਵੀ ਪ੍ਰੋਬਲਮਸ ਹੋ ਜਾਂਦੀ ਹੈ ਪਰ ਜੋ ਤੁਹਾਡੇ ਕੋਲ ਹੁੰਦਾ ਤੁਹਾਡੇ ਆਪ ਨੂੰ ਰਿਲੈਕਸ ਕਰਨੇ ਨੂੰ try to do that it's important because relax ਹੋਣਾ ਜਿੱਦਾਂ ਮੈਂ ਤੁਹਾਨੂੰ ਦੱਸਦੀ ਸੀ ਕਿ ਤੁਹਾਡੇ ਬ੍ਰੇਨ ਤੇ ਜਿਹੜਾ ਇਫੈਕਟ ਪੈਂਦਾ ਆ ਉਹ ਨਾ ਜਦੋਂ ਤੁਸੀਂ calm ਹੁੰਦੇ ਆ ਰਿਲੈਕਸ ਹੁੰਦੇ ਆ ਫਿਰ ਤੁਹਾਡੀ ਕੋਰਟੈਕਸ ਚੱਲਣ ਲੱਗ ਪੈਂਦਾ ਮੁੜ ਕੇ ਜਿਹੜਾ ਅਮੀਗਡਲਾ ਸਰਵਾਈਵਲ ਮੋਡ ਆ ਉਹ ਥੋੜ੍ਹਾ ਘੱਟ ਜਾਂਦਾ ਕੋਰਟੈਕਸ ਫਿਰ ਚੱਲਣ ਲੱਗ ਪੈਂਦਾ ਉਹਦੇ ਨਾਲ ਤੁਸੀਂ ਕਲੀਅਰਲੀ ਫਿਰ ਸੋਚ ਸਕਦੇ ਆ ਕਿ ਤੁਸੀਂ ਕੀ ਕਰਨਾ ਚਾਹੁੰਦੇ ਆ ਕਿ ਤੁਸੀਂ ਡਿਸੀਜਨ ਕੀ ਬਣਾਉਣਾ ਚਾਹੁੰਦੇ ਆ ਤੁਸੀਂ ਕਲੀਅਰਲੀ ਫਿਰ ਸੋਚ ਸਕਦੇ ਆ ਹੈ ਨਾ ਸੋ ਰਿਲੈਕਸਿੰਗ ਕਾਮਿੰਗ ਇਜ਼ ਰੀਲੀ ਇੰਪੋਰਟੈਂਟ ਫਿਰ ਉਹਦੇ ਨਾਲ ਤੁਸੀਂ ਡਿਸੀਜਨ ਬਣਾ ਕੇ ਜਾਂ ਤੁਸੀਂ ਡਾਕਟਰ ਨੂੰ ਫੋਨ ਜਾਂ ਕਿਸੇ ਏਜੰਸੀ ਨੂੰ ਫੋਨ ਕਰੋ ਸੋ ਮੇਨ ਗੱਲ ਹੈ ਕਿ ਜਦੋਂ ਤੁਸੀਂ ਆਪ ਡਿਸਾਈਡ ਕਰ ਲੈਂਦੇ ਵੀ ਆਮ ਗੋਇੰ ਟੂ ਸੈਲਫ ਹੈਲਪ ਉਸ ਤੋਂ ਬਾਅਦ ਤੁਹਾਡੀ ਹੋਰ ਹੈਲਪ ਅੱਗੇ ਵਧਣੀ ਚਾਲੂ ਹੋ ਜਾਂਦੀ ਹੈ ਇਨ ਦ ਵੇ ਆਈ ਸੇ ਸੁਦੇਸ਼ ਮੈਂ ਇਹ ਵੀ ਜਾਣਨਾ ਚਾਹਾਂਗੀ ਕਿ ਯੂ ਨੋ ਵਾਟ ਆਰ ਦ ਸਮ ਅਦਰ ਇਫੈਕਟਸ ਜਿਹੜਾ ਵਾਇਲੈਂਸ ਅਗੇਂਸਟ ਵੂਮਨ ਜਿਹੜਾ ਹੁੰਦਾ ਜਦੋਂ ਅਸੀਂ ਕੰਮ ਦੀ ਗੱਲ ਕਰਦੇ ਹਾਂ ਜਾਂ ਫਿਰ ਅਸੀਂ ਕਹਿ ਲਈਏ ਹੋਮ ਦੇ ਵਿੱਚ ਜਾਂ ਸਕੂਲ ਫॉर ਚਿਲਡਰਨ ਇਸ ਵਾਲ ਇਹਦੇ ਬਾਰੇ ਵੀ ਥੋੜੀ ਜਿਹੀ ਰੋਸ਼ਨੀ ਪਾਓਗੇ ਤੁਸੀਂ ਸੋ ਕਿੰਨੀਆਂ ਲੇਡੀਜ਼ ਹੁੰਦੀਆਂ ਜਿਹੜੀਆਂ ਕੰਮ ਤੇ ਨਹੀਂ ਜਾ ਸਕਦੀਆਂ ਬਿਕਾਜ਼ ਡੋਮੈਸਟਿਕ ਵਾਇਲੈਂਸ ਹੋ ਸਕਦਾ ਕਿ ਉਹਨਾਂ ਨੂੰ ਪਰਮਿਸ਼ਨ ਨਹੀਂ ਹੈਗੀ ਜਾਂ ਫਿਰ ਹੋ ਸਕਦਾ ਕਿ ਘਰ ਦੇ ਵਿੱਚ ਲੜਾਈ ਦੇ ਕਰਕੇ ਮੇਬੀ ਉਹਨਾਂ ਦੀ ਬਰੂਜ਼ਿੰਗ ਹੋਗੀ ਬਲੈਕ ਆਈ ਹੋਊਗੀ ਯੂ ਨੋ ਐਂਡ ਜਸਟ ਮੇਬੀ ਨਾਟ ਫੀਲਿੰਗ well enough to go to work so ਕਿੰਨੀ ladies statistics ਸਾਨੂੰ ਦੱਸਦੇ ਕਿ ਕਿੰਨੀ ladies ਆਪਣੇ job ਵੀ lost ਕੀਤੀਆਂ domestic violence ਦੇ ਕਰਕੇ homelessness ਜੇ ਤੁਸੀਂ council ਦੇ ਕੋਲ ਉਹਨਾਂ ਦੇ statistics ਦੇਖੋਗੇ ਤੁਹਾਨੂੰ ਪਤਾ ਲੱਗਣਾ ਕਿ ਕਿੰਨੀਆਂ ladies 40-50% ladies ਜਿਹੜੀ present ਕਰਦੀਆਂ homelessness ਲਈ ਕਿ ਸਾਨੂੰ ਜਗ੍ਹਾ ਚਾਹੀਦੀ ਰਹਿਣ ਨੂੰ ਉਹ ਡੋਮੈਸਟਿਕ ਵਾਇਲੈਂਸ ਦੇ ਕਰਕੇ ਆ ਐਂਡ ਨਾਟ ਓਨਲੀ ਲੇਡੀਜ਼ ਮੈਨ ਐਜ਼ ਵੈਲ ਜਿਨ੍ਹਾਂ ਦੇ ਨਾਲ ਇਹਦਾ ਹੋਮਲੈਸਨੈਸ ਡੋਮੈਸਟਿਕ ਵਾਇਲੈਂਸ ਦੇ ਕਰਕੇ ਹੋਇਆ ਬਟ ਯੂ ਨੋ ਥਿੰਗਸ ਲਾਈਕ ਵਰਕਲੈਸਨੈਸ ਹੋਮਲੈਸਨੈਸ ਸੁਇਸਾਈਡ ਜਿਹੜੀ ਸਾਡੀ ਏਸ਼ੀਅਨ ਔਰਤਾਂ ਆ ਉਹ ਇੰਗਲਿਸ਼ ਵਾਈਟ ਲੇਡੀਜ਼ ਨਾਲੋਂ 2 to 3 times ਜ਼ਿਆਦਾ ਚਾਂਸ ਆ ਉਹਨਾਂ ਦਾ ਸੁਇਸਾਈਡ ਕਰਨ ਲਈ ਸੋ ਇਟਸ ਵੈਰੀ ਡਿਫਰੈਂਟ ਬਿਕਾਜ਼ ਜਿਹੜੀਆਂ ਕੰਪੇਅਰਡ ਟੂ ਬਿਕਾਜ਼ ਸਾਡੀਆਂ ਲੇਡੀਜ਼ ਜਿਹੜੀਆਂ ਉਹਨਾਂ ਨੂੰ ਦੱਸਿਆ ਗਿਆ ਛੋਟੀਆਂ ਹੁੰਦੀਆਂ ਕਿ ਤੁਸੀਂ ਪਹਿਲਾਂ ਆਪਣੇ ਘਰ ਦੀ ਜਿੱਦਾਂ ਫੈਮਿਲੀ ਦੇ ਵਿੱਚ ਰਹਿੰਦੀਆਂ ਤੁਸੀਂ ਆਪਣੇ ਘਰ ਦੇ ਵਿੱਚ ਮੈਰਿਜ ਤੋਂ ਬਾਅਦ ਤੁਸੀਂ ਉੱਥੇ ਰਹਿਣਾ ਕਿ ਅਸੀਂ ਯੂ ਨੋ ਬੇਇੱਜ਼ਤੀ ਨਹੀਂ ਕਰਾਉਣੀ ਤੂੰ ਘਰ ਨਹੀਂ ਛੱਡਣਾ ਇਹਨਾਂ ਦੇ ਇਸ ਕਰਕੇ ਤਾਂ ਜਿਹੜੀਆਂ ਆਪਣੀ ਏਸ਼ੀਅਨ ਔਰਤਾਂ ਉਹ ਤਕਰੀਬਨ ਅਬਾਊਟ ਡੋਮੈਸਟਿਕ ਵਾਇਲੈਂਸ ਸਿਚੁਏਸ਼ਨ ਦੇ ਐਵਰੇਜ ਦੇ ਹਿਸਾਬ ਨਾਲ 11-12 years ਰਹਿੰਦੀਆਂ ਆ OC situation ਦੇ ਵਿੱਚ then they try to get help so any time ਲਈ ਤੁਸੀਂ ਡੋਮੈਸਟਿਕ ਵਾਇਲੈਂਸ ਸਿਚੁਏਸ਼ਨ ਦੇ ਵਿੱਚ ਰਹੋਗੇ ਤਾਂ ਫਿਰ ਤੁਹਾਡੀ ਡਿਪਰੈਸ਼ਨ ਐਂਗਜ਼ਾਇਟੀ ਤਾਂ ਵੱਧਣੀ ਆ
So that's why statistics ਜਿਹੜੇ ਕਾਫੀ worrying ਆ ਕਿ 2 to 3 or 2 to 3 times more likely to attempt suicide. Well, I find out always something new from you. Yeah. But you know, ਜਦੋਂ ਅਸੀਂ ਗੱਲ ਕਰਦੇ ਹਾਂ violence against women ਦੇ ਬਾਰੇ ਤੇ ਜਦੋਂ ਸਪੈਸ਼ਲੀ ਜਦੋਂ children ਜਿਹੜੇ ਹੈਗੇ ਆ ਉਹ ਇਨਵੋਲਵ ਹੁੰਦੇ ਆ ਸੁਦੇਸ਼ ਤੇ ਐਂਡ ਜਦੋਂ ਆਉਂਦੀ ਹੈ ਗੱਲ ਵੀ ਬੱਚੇ ਕਿਹਦੇ ਕੋਲ ਰਹਿਣਗੇ ਕਸਟਡੀ ਦੇ ਬਾਰੇ ਜਿਹੜੀ ਵੂਮਨਸ ਕਾਫੀ ਵਰੀਡ ਹੁੰਦੀ ਹੈ ਬਿਕੋਜ਼ ਇੱਕ ਤੇ ਉਹ ਹੋਮਲੈਸ ਹੁੰਦੀ ਹੈ ਦੇ ਹੈਵਨਟ ਗੋ ਹਾਊਸ ਫॉर themselves ਐਂਡ ਇਫ ਦੇ ਹੈਵ ਚਿਲਡਰਨ ਦੇ ਡੋਨਟ ਨੋ ਵੇਅਰ ਵੀ ਕੈਨ ਗੋ ਤੇ ਜਦੋਂ ਟਾਈਮ ਆਉਂਦਾ ਵੀ ਇਫ ਦੇ ਆਰ ਵਰਕਿੰਗ ਔਰ ਨਾਟ ਵਰਕਿੰਗ ਫਿਰ ਇਹ ਵੀ ਮੈਨੇਜ ਕਰਨਾ ਔਖਾ ਹੋ ਜਾਂਦਾ ਹੈ ਕਿ ਬੱਚੇ ਕਿਹਦੇ ਕੋਲ ਜਾਣਗੇ ਇਹ ਵੀ ਜਿਹੜਾ ਹੈਗਾ ਇੱਕ ਡਿਪਰੈਸ਼ਨ ਪੁਆਇੰਟ ਉਹਨਾਂ ਲਈ ਬਣ ਜਾਂਦਾ ਤੁਸੀਂ ਇਸ ਟਾਈਮ ਤੇ ਕੀ ਸਾਡੇ ਜਿਹੜੇ ਹੈਗੇ ਆ ਲੇਡੀਜ਼ ਨੂੰ ਐਡਵਾਈਸ ਦੋਗੇ ਅਗਰ ਉਹਨਾਂ ਦੀ ਸਿਚੁਏਸ਼ਨ ਇਦਾਂ ਦੀ ਹੈਗੀ ਹੈ ਇਟਸ ਨਾਟ ਐਨ ਈਜ਼ੀ ਆਨਸਰ ਕਿਉਂਕਿ ਮੈਂ ਝੂਠ ਨਹੀਂ ਬੋਲਣਾ ਚਾਹੁੰਦੀ ਇਟਸ ਵੈਰੀ ਵੈਰੀ ਹਾਰਡ ਸਿਚੁਏਸ਼ਨ ਆਮ ਤਾਂ ਜਿੱਦਾਂ ਲੇਡੀਜ਼ ਬੱਚੇ ਤਾਂ ਲੇਡੀਜ਼ ਦੇ ਕੋਲ ਰਹਿੰਦੇ ਆ ਪਰ ਜਦੋਂ ਲੇਡੀ ਘਰ ਛੱਡ ਕੇ ਰੈਫਿਊਜ ਦੇ ਵਿੱਚ ਚਲ ਜਾਂਦੀ ਜਾਂ ਆਪਣਾ ਘਰ ਉਹਨਾਂ ਕੋਲ ਹੁੰਦਾ ਤੇ ਕਦੇ ਕਦੇ ਜਿਹੜਾ ਪਰਪੇਟਰੇਟਰ ਹਸਬੈਂਡ ਬॉयਫ੍ਰੈਂਡ ਜੋ ਵੀ ਹੋਗਾ ਉਹ ਕਰਦੇ ਆ ਉਹ ਕੋਰਟ ਦੇ ਰਾਹੀਂ ਉਹ ਜਿਹੜਾ ਅਬਿਊਜ਼ ਆ ਕੰਟੀਨਿਊ ਕਰਦੇ ਆ you know ਮੇਰੇ ਕਾਫੀ ਕੇਸਿਸ ਜਿਨ੍ਹਾਂ ਦੇ ਨਾਲ ਮੈਂ ਇਸ ਵੇਲੇ ਕੰਮ ਕਰ ਰਹੀ ਹਾਂ ਕਿ ਉਹਨਾਂ ਦੇ ਕੇਸਿਸ ਸਾਰੇ ਕੋਰਟ ਦੇ ਵਿੱਚ ਗਏ ਹੋਆ ਤਾਂ ਉਹ ਕਦੇ ਝੂਠ ਬੋਲ ਕੇ ਸਲਿਸਟਰਾਂ ਨੂੰ ਐਂਡ ਜਿਹੜੇ ਲਾਇਰਸ ਆ ਬੈਰਿਸਟਰ ਨੂੰ ਜੱਜ ਨੂੰ ਝੂਠ ਬੋਲੀ ਜਾਣਾ ਕਿ ਇਹ ਇੱਦਾਂ ਕਰਦੀ ਜਾਂ ਇੱਦਾਂ ਦੀ ਲੇਡੀ ਆ ਜੋ ਇੱਦਾਂ ਦਾ ਬਕਵਾਸ ਰਬਿਸ਼ ਬੋਲ ਕੇ ਕਦੇ ਜਿਹੜੇ ਜੱਜਿਸ ਹੁੰਦੇ ਆ ਉਹਨਾਂ 'ਤੇ ਵੀ ਡਿਪੈਂਡ ਹੁੰਦਾ ਹੁਣ ਕਿੰਨੇ ਸਾਲ ਅਸੀਂ ਕਹਿੰਦੇ ਹੁੰਦੇ ਸੀ ਕਿ ਤੁਸੀਂ ਪੁਲਿਸ ਨੂੰ ਰਿਪੋਰਟ ਕਰੋ ਤੁਸੀਂ ਕੋਰਟ ਨੂੰ ਜਾਓ ਹੈ ਨਾ ਬਟ ਐਕਚੁਅਲੀ ਉੱਥੇ ਤੱਕ ਜਾਣ ਨੂੰ ਪ੍ਰੋਬਲਮ ਇਹ ਹੈ ਕਿ ਜਿਹੜਾ ਜੱਜ ਮੋਰੇ ਆਉਂਦਾ ਉਹਨਾਂ ਦੀ ਜਿਹੜਾ ਮਾਈਂਡ ਸੈਟ ਆ ਉਹਨਾਂ ਦਾ ਸਾਨੂੰ ਪਤਾ ਨਹੀਂ ਹੈਗਾ ਕਿ ਉਹ ਕੀ ਸੋਚਦੇ ਆ ਤਾਂ ਕਦੇ ਉਹ ਲੇਡੀਜ਼ ਦੇ ਅਗੇਂਸਟ ਵੀ ਹੋ ਜਾਂਦੇ ਆ ਐਂਡ ਸੋ ਇਟਸ ਹਾਰਡ ਪਰ ਜੇ ਤੁਸੀਂ ਚਾਹੁੰਦੇ ਆ ਕਿ ਤੁਸੀਂ ਬੱਚੇ ਤੁਹਾਡੇ ਕੋਲ ਰਹਿਣ ਦੈਟਸ ਵਾਈ ਇਟਸ ਵੈਰੀ ਇੰਪੋਰਟੈਂਟ ਕਿ ਜਦੋਂ ਹਾਦਸਾ ਹੁੰਦਾ ਤੁਸੀਂ ਰਿਪੋਰਟ ਕਰੋ ਜਾਂ ਤੁਸੀਂ ਡਾਕਟਰ ਨੂੰ ਰਿਪੋਰਟ ਕਰੋ ਜਾਂ ਪੁਲਿਸ ਨੂੰ ਰਿਪੋਰਟ ਕਰੋ ਕਿਉਂਕਿ ਉਹਦੇ ਨਾਲ ਤੁਹਾਡਾ ਕੇਸ ਬਣਦਾ ਆ ਫਿਰ ਜਦੋਂ ਟਾਈਮ ਆਉਂਦਾ ਕਿ ਤੁਸੀਂ ਸੋਚੋਗੇ ਕਿ ਹਾਂ ਮੈਂ ਹੁਣ ਬੱਚੇ ਆਪਣੇ ਕੋਲ ਲੈ ਕੇ ਮੈਂ ਆਪਣਾ ਘਰ ਸੈਪਰੇਟ ਕਰਨਾ ਚਾਹੁੰਦੀ ਹਾਂ ਫਿਰ ਉਹ ਜਿਹੜਾ ਇਨਫੋਰਮੇਸ਼ਨ ਪੁਲਿਸ ਦੇ ਕੋਲ ਆ ਜਾਂ ਡਾਕਟਰ ਦੇ ਕੋਲ ਆ ਉਹ ਉਸ ਵੇਲੇ ਉਹ ਕਾਫੀ ਯੂਜ਼ ਦੇ ਵਿੱਚ ਆਉਂਦਾ ਬਿਕਾਜ਼ ਉਹਨਾਂ ਨੂੰ ਫਿਰ ਜੱਜ ਨੂੰ ਪਤਾ ਲੱਗਦਾ ਕਿ ਇਹ ਜਿਹੜਾ ਹਸਬੈਂਡ ਆ ਪਰਪੇਟਰੇਟਰ ਆ ਕਿ ਇਹਦੀ ਆਹ ਆਦਤਾਂ ਆ ਜਾਂ ਇਹ ਬੱਚਿਆਂ ਨੂੰ ਚੰਗੀ ਤਰ੍ਹਾਂ ਰੱਖਦਾ ਨਾ ਸੀ ਜਾਂ ਇਹ ਬੱਚਿਆਂ ਨੂੰ ਮਾਰਦਾ ਕੁੱਟਦਾ ਸੀ ਜਾਂ ਨਿਗਲੈਕਟ ਕਰਦਾ ਸੀ ਇਹ ਸਾਰੀ ਇਨਫੋਰਮੇਸ਼ਨ ਫਿਰ ਉਹਦੇ ਵਿੱਚ ਆ ਜਾਂਦੀ ਆ ਐਂਡ ਹੋਪਫੁਲੀ ਜਿਹੜਾ ਜੱਜ ਹੋਊਗਾ ਉਹ ਵੀ ਦੇਖੂਗਾ ਕਿ ਯੈਸ ਦੈਟਸ ਦ ਰੀਜ਼ਨ ਕਸਟਡੀ ਜਿਹੜੀ ਬੱਚਿਆਂ ਦੀ ਮਾਂ ਕੋਲ ਜਾਣੀ ਚਾਹੀਦੀ ਹੈ ਜਾਂ ਪਿਓ ਕੋਲ ਹੂਐਵਰ ਇਜ਼ ਦ ਰਾਈਟ ਪਰਸਨ ਤੇ ਹੁਣ ਅਸੀਂ ਗੱਲ ਕਰਾਂਗੇ ਅਬਾਊਟ ਚਿਲਡਰਨ ਐਜ਼ ਵੀ ਕਮ ਸਭ ਤੋਂ ਪਹਿਲਾਂ ਜਿਹੜਾ ਅਬਿਊਜ਼ ਦਾ ਅਸਰ ਜਿਹੜਾ ਸ਼ੋਰਟ ਟਰਮ ਇਫ ਵੀ ਥਿੰਕ ਜਿਹੜੇ ਬੱਚਿਆਂ ਨੇ ਥੋੜੇ ਅਰਸੇ ਲਈ ਦੇਖਿਆ ਉਹ ਅਸਰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਿਆ ਵੀ ਬੱਚਿਆਂ ਤੇ ਇਹਦਾ ਅਸਰ ਕਿਸ ਤਰ੍ਹਾਂ ਅਫੈਕਟ ਕਰਦਾ ਉਹਨਾਂ ਤੇ ਆਈ ਨੋ ਦੇਰ ਇਜ਼ ਸੋ ਮੈਨੀ ਥਿੰਗਸ there is so much and but we'll go through it's very hard question as well because it's you know physically mentally emotionally ਹਰ ਪਾਸੇ ਬੱਚੇ ਅਫੈਕਟ ਹੁੰਦੇ ਆ ਪਰ ਐਜ਼ ਤੁਸੀਂ ਜਿਹੜੇ ਕੰਮ ਕ੍ਰੋਸ ਆਏ ਹੋ ਤੁਸੀਂ ਉਹਦੇ ਬਾਰੇ ਦੱਸੋ so you know we've had 25 ਸਾਲ 26 ਸਾਲ ਹੋ ਚੱਲੇ ਮੈਨੂੰ ਕੰਮ ਕਰਦੀ ਨੂੰ ਡੋਮੈਸਟਿਕ ਅਬਿਊਜ਼ ਵਿਕਟਿਮਸ ਦੇ ਨਾਲ ਐਂਡ ਇੰਨੇ ਬੱਚੇ ਯੂ نو ਕੁਝ ਬੱਚੇ ਨਾਈਟਮੇਅਰਸ ਰਾਤ ਨੂੰ ਜਿੱਦਾਂ ਰੋਂਦੇ ਉੱਠਦੇ ਆ ਡ੍ਰੀਮਸ ਆਉਂਦੀਆਂ ਉਹਨਾਂ ਨੂੰ ਬੈਡ ਵੈਟਿੰਗ 7-8-year-old children ਹਾਲੇ ਵੀ ਬੈਡ ਵੈਟਿੰਗ ਕਰਦੇ ਕਰਕੇ ਉਹਨਾਂ ਨੂੰ ਡਰ ਰਹਿੰਦਾ all the time ਕੁਝ ਬੱਚੇ ਵਾਇਲੈਂਟ ਹੋ ਜਾਂਦੇ ਆ ਉਹ ਆਪਣੇ ਜਿਹੜਾ ਵਾਇਲੈਂਟ ਪੈਰੈਂਟ ਫਾਦਰ ਹੁੰਦਾ ਉਹਨਾਂ ਕੋਲੋਂ ਸਿੱਖ ਕੇ ਬਿਹੇਵੀਅਰ ਸਿੱਖ ਕੇ ਉਹਨਾਂ ਦੀ ਕਾਪੀ ਕਰਦੇ ਆ ਫਿਰ ਉਹ ਵਾਇਲੈਂਟ ਹੋ ਜਾਂਦੇ ਆ ਹੁਣ ਜਿੱਦਾਂ ਮੇਰੇ ਕੋਲ ਇੱਕ ਕੇਸ ਆਇਆ ਸੀ ਤਾਂ ਉਹ 8-9 ਸਾਲ ਦਾ ਮੁੰਡਾ ਆਪਣੀ 10-11 ਸਾਲਾਂ ਦੀ ਭੈਣ ਉਹਦੀ ਆ ਉਹਦੇ 'ਤੇ ਇੰਨਾ ਉਹ ਵਾਇਲੈਂਟ ਹੁੰਦਾ ਉਹਨੂੰ ਥ੍ਰੈਟਨ ਕਰਦਾ ਉਹ ਕਹਿੰਦਾ ਮੈਂ ਤੈਨੂੰ ਮਾਰ ਦੇਣਾ ਮੈਂ ਨਾਈਫ ਕੱਢ ਲੈਂਦਾ ਉਹ ਸਿਰਫ 8-9 ਸਾਲ ਦਾ ਨਾਲੇ ਹਾਲੇ ਕਿ ਉਹ ਸੀਗਾ ਜਿਹੜਾ ਉਹਦਾ ਪਿਓ ਉਹਨੂੰ ਉਹਦਾ ਨੀਲੀ ਗਲਾ ਘੁੱਟ ਕੇ ਉਹਨੂੰ ਮਾਰਨ ਦੀ ਟਰਾਈ ਕੀਤੀ ਸੀਗੀ ਉਹਨੂੰ ਪਤਾ ਕਿ ਮੈਂ ਨਾ ਇੱਦਾਂ ਹੋ ਚੁੱਕੀ ਆ ਪਰ ਫਿਰ ਵੀ ਉਹ ਆਪਣੀ ਭੈਣ 'ਤੇ ਉਹੀ ਲਰਨ ਕਰਕੇ ਉੱਦਾਂ ਬਿਹੇਵ ਕਰਦਾ ਆ ਸੋ ਉਹਦੇ ਲਈ ਅਸੀਂ ਕਾਉਂਸਲਿੰਗ ਯੂ ਨੋ ਫੰਡਿੰਗ ਲੈ ਕੇ ਕਾਉਂਸਲਿੰਗ ਉਹਦੀ ਸ਼ੁਰੂ ਕੀਤੀ ਆ ਐਂਡ ਐਵਰੀਥਿੰਗ ਉਹਦੀ ਹੈਲਪ ਕਰਨੇ ਨੂੰ
ਬਟ ਯੂ نو ਦੇ ਚਿਲਡਰਨ ਜਿਹਨਾਂ ਨੇ ਜਿੱਦਾਂ ਮੈਂ ਬ੍ਰੇਨ ਦੇ ਬਾਰੇ ਸਮਝਾਇਆ ਸੀ ਅਰਲੀਅਰ ਤੇ ਉਹਦੇ ਕਰਕੇ ਜੇ ਤੁਸੀਂ ਜਿਹੜਾ ਬੱਚਾ ਸਰਵਾਈਵਲ ਮੋਡ ਦੇ ਵਿੱਚ ਹੁੰਦਾ 올 ਦ ਟਾਈਮ ਕਰਕੇ ਰਾਤ ਨੂੰ ਟਰਬਲ ਹੋਈ ਹੁੰਦੀ ਸਵੇਰ ਨੂੰ ਉੱਠਦਾ ਨਹੀਂ ਆਉਣਾ ਡਰਦਾ ਆ ਕਿ ਹੁਣ ਮੈਂ ਸਕੂਲੇ ਚਲ ਜਾਣਾ ਤੇ ਫਿਰ ਪਤਾ ਨਹੀਂ ਘਰ ਕਿੱਦਾਂ ਹੋਣੀ ਮੇਰੀ ਮੰਮੀ ਨਾਲ ਕਿੱਦਾਂ ਹੋਊਗੀ ਆਲਵੇਸ ਕੁਛ ਨਾ ਕੁਛ ਮਾਈਂਡ ਦੇ ਵਿੱਚ ਰਹਿੰਦਾ ਫਿਰ ਉਹ ਜਿਹੜਾ ਉਹ ਡਰ ਆ ਉਹਦੇ ਡਰ ਦੇ ਨਾਲ ਫਿਰ ਜਿਹੜਾ ਕੋਰਟੈਕਸ ਆ ਉਹ ਚੱਲਦਾ ਨਹੀਂ ਫਿਰ ਬੱਚੇ ਸਕੂਲ ਦੇ ਵਿੱਚ ਜਦ ਪੜ੍ਹਦੇ ਆ ਕਦੇ ਕਦੇ ਉਹ ਲਰਨ ਨਹੀਂ ਕਰਦੇ ਸਟੱਡੀ ਜਿਹੜੀ ਹੈਗੀ ਆ ਉਹ ਦਿਮਾਗ 'ਚ ਪੈਂਦੀ ਨਹੀਂ ਟੀਚਰ ਸੋਚਦੇ ਆ ਕਿ ਆਹ ਬੱਚੇ ਜਦ ਮੈਂ ਇੰਨਾ ਚਿਰ ਹੋ ਗਿਆ ਮੈਨੂੰ ਪੜ੍ਹਾਉਂਦੀ ਨੂੰ ਕਿ ਬੱਚਾ ਸਿੱਖ ਕਿਉਂ ਨਹੀਂ ਰਿਹਾ ਤਾਂ ਉਹ ਸੋਚਦੇ ਆ ਬੱਚੇ ਕੋਲ ਲਰਨਿੰਗ ਡਿਸੇਬਿਲਿਟੀਜ਼ ਆ ਫਿਰ ਸੋ ਉਹ ਪੈਰੈਂਟਸ ਨੂੰ ਕਹਿਣ ਲੱਗ ਪੈਂਦੇ ਆ ਕਿ ਤੁਸੀਂ ਆਪਣੇ ਬੱਚੇ ਦਾ ਅਸੈਸਮੈਂਟ ਕਰਾਓ ਕਿ ਇਹਦੇ ਕੋਲ ਲਰਨਿੰਗ ਡਿਸੇਬਿਲਿਟੀਜ਼ ਆ ਇਹਨਾਂ ਦੇ ਏਜ 7 years old ਪਰ ਇਹ ਪੜ੍ਹਦੇ 5 years old ਉਮਰ ਦੇ ਬੱਚਿਆਂ ਵਾਂਗੂ ਸੋ ਦੇਰ ਇਜ਼ ਸੋ ਮੈਨੀ ਡਿਫਰੈਂਟ ਥਿੰਗਸ ਡਿਪਰੈਸ਼ਨ ਐਂਗਜ਼ਾਇਟੀ ਤਾਂ ਬੱਚਿਆਂ ਨੂੰ ਵੀ ਹੁੰਦੀ ਆ they can become violent they can become withdrawn ਕਿਸੇ ਨਾਲ ਬੋਲਦੇ ਨਹੀਂ ਕਿ friendships ਨਹੀਂ ਬਣਾਉਂਦੇ there's so many different things with children it's worrying ਕਿ ਜਿੱਦਾਂ ਉਹ ਬੱਚੇ ਵੱਡੇ ਹੁੰਦੇ ਆ ਤਾਂ ਹੋ ਸਕਦਾ ਅੱਗੇ ਜਾ ਕੇ ਉਹ ਵੀ perpetrators ਬਣ ਜਾਣ ਜਾਂ ਉਹ ਡਰੱਗ ਐਂਡ ਐਲਕੋਹਲ ਦੇ ਵਿੱਚ ਚਲ ਜਾਂਦੇ ਆ ਜਾਂ ਫਿਰ ਉਹ ਪ੍ਰਿਜ਼ਨ ਦੇ ਵਿੱਚ ਐਂਡ ਅਪ ਹੋ ਜਾਂਦੇ ਆ ਸੋ ਇਹ ਲੌਂਗ ਟਰਮ ਇਫੈਕਟ ਹੋ ਜਾਂਦੇ ਆ ਸਿਦੇਸ਼ ਜਦੋਂ ਕਿ ਵੀ ਸਟਾਰਟਿੰਗ ਵਿਦ ਕਿ ਨਾਈਟਮੇਅਰ ਤੋਂ ਲੈ ਕੇ ਹੈ ਨਾ ਸਲੀਪਿੰਗ ਡਿਸਆਰਡਰ ਈਟਿੰਗ ਡਿਸਆਰਡਰ ਵੀ ਸੀਨ ਸਾਫ ਹਾਰਮ ਤੇ ਮੁੜ ਕੇ ਜਿਹੜੇ ਜਦੋਂ ਬੱਚੇ ਐਵਰੀ ਟਾਈਮ ਐਵਰੀ ਡੇ ਦੇਖਦੇ ਆ ਕਿ ਪਤਾ ਨਹੀਂ ਕਿਹੜੇ ਵੇਲੇ ਲੜਾਈ ਚਾਲੂ ਹੋ ਜਾਣੀ ਆ ਮਮ ਡੈਡੀ ਔਰ ਹੂਐਵਰ ਇਨ ਜੋ ਕਿ ਵਾਇਲੈਂਸ ਹੈ ਜਾਂ ਉਹਨਾਂ ਤੇ ਆਪ ਤੇ ਅਬਿਊਜ਼ ਹੋ ਰਿਹਾ ਤੇ ਜਿਹੜਾ ਲੌਂਗ ਟਰਮ ਇਫੈਕਟ ਤੁਸੀਂ ਜਿੱਦਾਂ ਦੱਸਿਆ ਵੀ ਬੱਚੇ ਜਦੋਂ ਗਰੋ ਅਪ ਹੋ ਜਾਂਦੇ ਆ ਉਸ ਤੋਂ ਬਾਅਦ ਉਹ ਵੀ ਇਸ ਤਰੀਕੇ ਦੇ ਨਾਲ ਬਿਹੇਵੀਅਰ ਕਰਨਾ ਚਾਲੂ ਕਰ ਦਿੰਦੇ ਆ ਤੇ ਹੋਰ ਐਜ਼ ਅ ਹੈਲਥ ਵਾਈਜ਼ ਜਿਹੜਾ ਮੈਂਟਲ ਜਿਹੜੇ ਕਹਿ ਲਓ ਵੀ ਜਿਹੜੇ ਹੋ ਰਹੇ ਨੇ ਕੇਸਿਸ ਤੁਹਾਡੇ ਦੇਖਣ ਦੇ ਵਿੱਚ ਬੱਚਿਆਂ ਦੇ ਨਾਲ ਜ਼ਿਆਦਾ ਜਿਹੜੀ ਹੈਲਥ ਪ੍ਰੋਬਲਮ ਹੈ ਕਿਹੜੇ ਏਰੀਆ ਦੇ ਵਿੱਚ ਬੱਚਿਆਂ ਨੂੰ ਜ਼ਿਆਦਾ ਹੋ ਰਹੀ ਹੈ ਡੋਮੈਸਟਿਕ ਵਾਇਲੈਂਸ ਕਰਕੇ ਸੋ ਮੈਂਟਲ ਹੈਲਥ ਇਜ਼ ਰੀਲੀ severe ਹੁਣ ਬੱਚੇ over achieve ਵੀ ਕਰ ਸਕਦੇ ਆ under achieve ਵੀ ਕਰ ਸਕਦੇ ਆ mental health depression ਦੇ ਕਰਕੇ self harm ਵੀ ਹੋ ਸਕਦਾ drug and alcohol smoking from an early age and involving ਜਿੱਦਾਂ gangs ਦੇ ਨਾਲ involve ਹੋਣਾ because ਬੱਚੇ ਜਿਹੜੇ ਹੈਗੇ ਉਹ ਲੱਭਦੇ ਆ ਕਿ ਸਾਨੂੰ ਕੋਈ ਲੁੱਕ ਆਫਟਰ ਕਰੇ ਕਿਉਂਕਿ ਜਿਹੜੇ ਐਜ਼ ਹਿਊਮਨ ਬੀਇੰਗ ਸਾਨੂੰ ਸਾਰਿਆਂ ਨੂੰ ਅਟੈਚਮੈਂਟ ਚਾਹੀਦੀ ਹੈ ਜਦੋਂ ਬੱਚਾ ਪੈਦਾ ਹੁੰਦਾ ਆ ਉਹ ਪਹਿਲਾਂ ਅਟੈਚਮੈਂਟ ਉਹਦੀ ਮਾਂ ਦੇ ਨਾਲ ਮਦਰ ਦੇ ਨਾਲ ਹੁੰਦੀ ਆ ਐਂਡ ਐਕਚੁਅਲੀ ਯੂ ਡੋਂਟ ਨੀਡ ਮਦਰ ਪਰ ਤੁਹਾਨੂੰ ਐਡਲਟ ਚਾਹੀਦਾ ਜਿਹੜੇ ਤੁਹਾਡੀ ਲੁੱਕ ਆਫਟਰ ਕਰੇ ਸੋ ਕਿਉਂਕਿ ਬੱਚੇ ਆਪਣੇ ਆਪ ਦੀ ਲੁੱਕ ਆਫਟਰ ਨਹੀਂ ਕਰ ਸਕਦੇ ਸੋ ਉਹਨਾਂ ਨੂੰ ਕੋਈ ਨਾ ਕੋਈ ਚਾਹੀਦਾ ਜਿਨ੍ਹਾਂ ਦੇ ਨਾਲ ਉਹ ਟਰਸਟ ਕਰ ਸਕਦੇ ਆ ਕਿ ਉਹ ਸਾਨੂੰ ਲੁੱਕ ਆਫਟਰ ਕਰੂਗਾ ਫਿਰ ਜਿਹਨਾਂ ਦੇ ਘਰ ਦੇ ਵਿੱਚ ਇੱਦਾਂ ਵਾਇਲੈਂਸ ਹੁੰਦਾ ਤੇ ਜਿਹੜਾ ਬੰਦਾ ਉਹਨੂੰ ਉਹ ਬੱਚਾ ਟਰਸਟ ਕਰਦਾ ਜਦ ਉਹ ਉਹਨਾਂ ਦੀ ਲੁੱਕ ਆਫਟਰ ਨਹੀਂ ਕਰਦਾ ਤਾਂ ਉਹ ਬੱਚਾ ਲੱਭਦਾ ਕੋਈ ਮੈਨੂੰ ਲੁੱਕ ਆਫਟਰ ਕਰੇ ਸੋ ਜੇ ਤੁਸੀਂ ਬਾਹਰ ਜਾਓ ਉੱਥੇ ਕੋਈ ਗੈਂਗ ਆ ਉਹ ਕਹਿੰਦੇ ਤੂੰ ਸਾਡੇ ਕੋਲ ਆ ਜਾ ਅਸੀਂ ਤੇਰੀ ਫੈਮਿਲੀ ਬਣਦੇ ਹਾਂ ਅਸੀਂ ਤੇਰੀ ਲੁੱਕ ਆਫਟਰ ਕਰਾਂਗੇ ਅਸੀਂ ਤੈਨੂੰ ਬਚਾਵਾਂਗੇ ਤੁਹਾਡੀ ਪ੍ਰੋਟੈਕਸ਼ਨ ਦੇਵਾਂਗੇ ਉਹ ਬੱਚਾ ਈਜ਼ਲੀ ਉਸ ਪਾਸੇ ਨੂੰ ਚਲ ਜਾਂਦਾ ਉਹ ਜਦੋਂ ਪ੍ਰੋਟੈਕਸ਼ਨ ਮਿਲਦੀ ਆ ਫਿਰ ਉਹ ਹੋ ਸਕਦਾ ਕਿ ਉਹ ਜਿਹੜੇ ਗੈਂਗਸ ਆ ਉਹ ਕਹੋਗੇ ਕਿ ਹੁਣ ਅਸੀਂ ਤੂੰ ਸਾਡੀ ਫੈਮਿਲੀ ਆ ਤਾਂ ਤੂੰ ਸਾਡਾ ਮੈਂਬਰ ਆ ਕਿ ਹੁਣ ਅਸੀਂ ਚਾਹੁੰਦੇ ਕਿ ਤੂੰ ਆਹ ਡਰੱਗਸ ਇੱਥੋਂ ਤੋਂ ਉੱਥੇ ਲੈ ਕੇ ਜਾ ਜਾਂ ਆਹ ਸੈਕਸ਼ੂਅਲ ਅਬਿਊਜ਼ ਲਈ ਉਹਨਾਂ ਨੂੰ ਤਿਆਰ ਕਰਦੇ ਆ ਬੱਚਿਆਂ ਨੂੰ ਸੋ ਇਟਸ ਵੈਰੀ ਵਾਈਡ ਰੇਂਜਿੰਗ ਜਿਹੜਾ ਇਫੈਕਟ ਬੱਚਿਆਂ 'ਤੇ ਹੁੰਦਾ ਜੀ ਹਾਂਜੀ ਇਹਦੇ ਨਾਲ ਹੀ ਨੈਕਸਟ ਜਿਹੜਾ ਕੁਐਸਚਨ ਹੈ ਸੁਦੇਸ਼ ਕਿ ਸਾਨੂੰ ਪਤਾ ਵੀ ਸਾਡੇ ਬੱਚਿਆਂ 'ਤੇ ਬਹੁਤ ਫਿਜ਼ੀਕਲੀ ਮੈਂਟਲੀ ਸੋਸ਼ਲੀ ਹਰ ਪਾਸਿਓਂ ਦੀ ਬੱਚੇ 'ਤੇ ਇਫੈਕਟ ਪੈਂਦਾ ਜਿਹੜੇ ਹੁਣ ਪੇਰੈਂਟਸ ਦੇਖ ਰਹੇ ਨੇ ਜਾਂ ਜਿਹੜੇ ਗ੍ਰੈਂਡ ਪੇਰੈਂਟਸ ਦੇਖ ਰਹੇ ਨੇ ਉਹਨਾਂ ਨੂੰ ਪਤਾ ਵੀ ਇਸ ਫੈਮਿਲੀ ਦੇ ਵਿੱਚ ਇੱਦਾਂ ਹੋ ਰਿਹਾ ਕਿਸ ਤਰੀਕੇ ਦੇ ਨਾਲ ਉਹ ਬੱਚੇ ਦੀ ਮਦਦ ਕਰ ਸਕਦੇ ਹੈ ਕਿ ਆਪ ਇਨਵੋਲਵ ਹੋ ਕੇ ਜਾਂ ਬੱਚੇ ਨੂੰ ਕਿਸ ਤਰੀਕੇ ਦੇ ਨਾਲ ਪ੍ਰੋਟੈਕਟ ਕਰ ਸਕਦੇ ਹੈ ਜਾਂ ਬੱਚਾ ਜਿਹੜਾ ਆਪ ਆਪਣੀ ਪ੍ਰੋਟੈਕਸ਼ਨ ਕਿਸ ਤਰੀਕੇ ਦੇ ਨਾਲ ਕਰ ਸਕਦਾ ਸੋ ਪਹਿਲੀ ਚੀਜ਼ ਇਹ ਹੈ ਕਿ ਬੱਚੇ ਨੂੰ ਸੇਫ ਐਂਡ ਸਿਕਿਉਰ ਫੀਲ ਹੋਣਾ ਬਹੁਤ ਇੰਪੋਰਟੈਂਟ ਆ ਸੋ ਬੱਚੇ ਨੂੰ ਤੁਸੀਂ ਦੱਸੋ ਕਿ ਜੋ ਵੀ ਹੈਗਾ ਉਹਨਾਂ ਦੇ ਮਾਈਂਡ ਦੇ ਵਿੱਚ ਉਹਨਾਂ ਦੇ ਦਿਲ ਦੇ ਵਿੱਚ ਕੋਈ ਵੀ ਗੱਲ ਹੈਗੀ ਆ ਉਹ ਕੰਫਰਟੇਬਲੀ ਤੁਹਾਡੇ ਕੋਲ ਆ ਕੇ ਗੱਲ ਕਰ ਸਕਦੇ ਆ ਬਿਕਾਜ਼ ਬੱਚੇ ਬਹੁਤ ਕੁਝ ਲੁਕੋ ਕੇ ਰੱਖਦੇ ਆ ਆਪਣੇ ਅੰਦਰ ਹੋਲਡ ਕਰਦੇ ਆ ਹੈ ਨਾ ਕਿ ਐਂਡ ਬੱਚੇ ਨੂੰ ਕੰਫਰਟੇਬਲ ਫੀਲ ਹੋਣਾ ਚਾਹੀਦਾ ਆ ਕਿ ਉਹ ਤੁਹਾਡੇ ਕੋਲ ਆ ਕੇ ਤੁਹਾਨੂੰ ਦੱਸ ਸਕਦੇ ਆ ਉਹ ਤੋਂ ਬਾਅਦ ਜਿੱਦਾਂ ਜੇ ਤੁਹਾਨੂੰ ਬੱਚਾ ਦੱਸਦਾ ਕਿ ਮੈਨੂੰ
ਮੇਰੇ ਨਾਲ ਇੱਦਾਂ ਫੀਲਿੰਗ ਹੁੰਦੀ, ਮੈਨੂੰ ਡਿਪਰੈਸ਼ਨ ਹੁੰਦੀ ਹੈ, ਐਂਗਜ਼ਾਇਟੀ ਹੁੰਦੀ ਹੈ, ਤੁਸੀਂ ਡਾਕਟਰ ਦੇ ਕੋਲ ਜਾਓ, ਉਹਨਾਂ ਨੂੰ ਦੱਸੋ। ਉਹਨਾਂ ਦੇ ਥਰੂ ਤੁਹਾਨੂੰ ਸਪੈਸ਼ਲਿਸਟ ਏਜੰਸੀਜ਼ ਦੇ ਰਾਹੀਂ ਇਹਨਾਂ ਨੂੰ ਕਾਉਂਸਲਿੰਗ ਜਾਂ ਟਾਕਿੰਗ ਥੈਰੇਪੀਜ਼ ਜਾਂ ਗਰੁੱਪ ਸਪੋਰਟ ਮਿਲ ਸਕਦਾ ਆ। ਬਿਕਾਜ਼ ਬੱਚੇ जो दिल ते गल बह जाती आ अगे जाके बहुत प्रॉब्लम दिंदी आ। जी रिसर्च मैं अर्लीयर मैंशन की थिंग्स लाइक टीनेज प्रैगनेंसीज, डोमैस्टिक वायलेंस दा विक्टिम बनना इंक्रीज, थोड़े चांसेस इंक्रीज हो जाते हैं, परपट्रेटर बनना इंक्रीज हो जाते हैं, मैंटल हैल्थ प्रॉब्लम्स, ड्रग एंड अल्कोहल यूज़ वो भी इंक्रीज होंदा, एंडिंग अप इन प्रिजन वो भी इंक्रीज हो जाता। सो जिहड़े बच्चों नू हैल्प नहीं मिलती, मैं इदां नहीं कहती कि जिहड़ा बच्चा नू एक्सपीरियंस डोमैस्टिक अब्यूज़ का एक्सपीरियंस हुंदा कि उन्होंने मैंटल हैल्थ होनी है, मैं इदां नहीं कहती है कि, पर मैं ये कह रही हाँ कि जे उस बच्चे नू तुसी हैल्प नहीं करोगे, हो सकता है कि वो मैंटल हैल्थ डिप्रैशन एंगजाइटी दे विच चल जाए, जां आ गैंग्स दे विच इन्वॉल्व हो, जां ड्रग एंड अल्कोहल दे विच वो फस जाए। सो इट्स इंपोर्टेंट कि जिहड़े बच्चे नू यह एक्सपीरियंस हैगा कि उहदी हेल्प करनी बहुत जरूरी आ। सो सुदेश ये तुसी भी कहोगे भी कई बार बच्चा जिहड़ा हुंदा अपने ग्रैंड पेरेंट्स या किसी कोल जाता है एंड या टीचर कोल जाता ते कई बार वो ट्रस्ट नहीं करते, किन्ना बच्चे जिहड़े वड्डे हैं उन्होंने ट्रस्ट करना चाहिए बच्चों ते, बिकॉज देखा कि हाँ साडी फैमिली च इदां हो रहा या समबडी इज अब्यूजिंग मी ते असीं कहंदे हां न्याणा है इहदी गल दा इग्नोर कर दो ते इदां ही कहंदा। कई बार साडी फैमिली च इदां यू नो पीपल से तुसीं उन्हां नूं की कहना चाहोगे कि बच्चों नूं किस तरीके दे नाल उन्हां दा कॉन्फिडेंस बढ़ाना चाहिए? फर्स्ट रूल ऑलवेज बिलीव चिल्ड्रन, पहला रूल है। कोई डोमैस्टिक वायलेंस थोड़े को लेडी आके कहती कि मैं एक्सपीरियंस करती हाँ, बिलीव है। बच्चा थोनू कहता मेरे नाल ये हादसा होया, बिलीव दम। किन्ने लोग स्पैशली सैक्शुअल अब्यूज़ केसेस जो फैमिली दे विच सैक्शुअल अब्यूज़ होया हुंदा, उस वेले बहुत लोग कहते कि नहीं ये झूठ बोले, इन्ना चंगा बंदा, इन्ने चंगा न्याणा आ जिन इदा जिन्हां दे एक्यूजेशन जिन्हां ते हैगी आ कि वो इदा कर ही नहीं सकते। मेरे को मैं हुण इस वेले एक सर्वे कर रही हाँ इंटरनेट ते एंड ਉਹਦੇ ਨਾਲ मैं कभी पता लगाना चाहती है कि किन्ने लोगों ने की साडी अपनी पंजाबी कम्यूनिटी दे विच किन्ने लोगों नाल ये एक्सपीरियंस होया आ। एंड उन्हां दे विच लोगों ने जिथे मैसेजेस मैनू भेजियां बाद दे विच अनोनिमसली, सर मैं जानती नहीं कि किन्हां ने मैसेज भेजियां, पर अली 70-80 मैसेजेस मैनू आईयां। लोग कहते कि जिन्हें मेरे नाल इदा की सीगी वो एक ग्रंथी का मुंडा सीगा, मैनू सैक्शुअल अब्यूज़ किया। लोग कहते सी नहीं इदा हो ही नहीं सकती, ग्रंथी का मुंडा ये किद्दां इदा कर सकता है, जां कहते सी कि मेरे रिश्तेदारी दे विच किसी ने मेरे नाल इदा कीती आ, तो वो फिर कक्के ताए चाचे का मुंडा होऊगा। तो घर दे विच जिद्दां ट्रबल नहीं करना चाहते, प्रॉब्लम नहीं खोज करना चाहते, तो सारे कहते नहीं दसना नहीं किसी ने, चुप रहो चुप रहो। पर जिद्दां बच्चे ते जिहड़ा असर हुंदा वो चुप रहण दे विच कोई इदां नहीं सोचता कि उस बच्चे ते किन्ना असर पैंदा। सो मैं ये कह रही हूँ कि तुहानू कोई बच्चा तुहानू दसदा कोई ना कोई स्टोरी दसदा इदां दी, तुसी प्लीज़ उन्हां दी एक तां गल सुनो कि वो की कह रहे आ, सैकेंड आ बिलीव करो कि वो की कह रहे आ, यू नो कि इदा उन्होंने नाल हो चुकी आ। तो उन्होंने हैल्प करने लई जां तुसी मैनू इंटरनेट के राही कॉन्टैक्ट कर सकते, मैं थोनू एडवाइस कर सकती हाँ, जां तुसी अपने डॉक्टर के नाल गल करो, काउंसलिंग लई इवन प्राइवेट जे तुसी किसी नू दसना नहीं चाहते प्राइवेटली भी तुसी पैसे दे के काउंसलिंग ले सकते हैं। you know there's lots of services. So सुदेश जदों ਅਸੀਂ ਬੱਚਿਆਂ ਦੀ ਨੀਡ ਦੀ ਗੱਲ ਕਰਦੇ ਆ, what children need to know, ਹੁਣ ਜਿਹੜੇ ਬੱਚੇ ਦੇਖ ਰਹੇ ਆ ਉਹਨਾਂ ਨੂੰ ਅਗਰ ਡੋਮੈਸਟਿਕ ਵਾਇਲੈਂਸ ਤੋਂ ਗੁਜ਼ਰ ਰਹੇ ਆ ਉਹ ਡਰਦੇ ਵੀ ਆ ਵੀ ਸਾਡੇ ਕੋਲ ਪਤਾ ਨਹੀਂ ਅਗਰ ਅਸੀਂ ਦੱਸਦੀ ਅਸੀਂ ਪਤਾ ਨਹੀਂ ਕਿੱਥੇ ਐਂਡ ਅਪ ਹੋਵਾਂਗੇ, ਉਹਨਾਂ ਨੂੰ ਕੁਝ ਤੁਸੀਂ ਗਾਈਡਲਾਈਨ ਦੱਸੋਗੇ ਵੀ ਅਗਰ ਡੋਮੈਸਟਿਕ ਵਾਇਲੈਂਸ ਹੋ ਰਿਹਾ ਜਾਂ ਤੁਹਾਡੇ ਕੋਲ ਕੀ ਇਸ ਟਾਈਮ ਤੇ ਤੁਹਾਡਾ ਰਾਈਟ ਕੀ ਬਣਦਾ? So ਜਿੱਦਾਂ ਐਡਲਟਸ ਦੇ ਨਾਲ ਹੁਣ ਡੋਮੈਸਟਿਕ ਵਾਇਲੈਂਸ ਹੋ ਰਿਹਾ, there's lots of support as you know पिछले महीने दे विच डोमैस्टिक अब्यूज़ लैजिस्लेशन गवर्नमेंट ने जिद्दां एक्सैप्ट किया, उन्हें नवा लैजिस्लेशन न्यू डोमैस्टिक अब्यूज़ बिल वो पास किया, 2 साल हो गए जिद्दां कहंदे गवर्नमेंट ऑफिस दे विच वो पढ़ के चेंज करके एडिशनल चीज़ां उन्हें ऐड कीतियां विच बिल दे विच, एंड वो बिल हुण पास हो गया, वो लैजिस्लेशन बन गई है। तो एक्चुअली दो एक यू नो एक तो पहली बारी डोमैस्टिक अब्यूज़ बिल इदा का कोई किसी ने लिखा, दैट्स रियली गुड। सैकेंडली ये गल है कि जो बच्चे आ उन्हें भी बिल दे विच उन्हें रैकगनाइज किया कि बच्चे भी सैपरेटली डोमैस्टिक अब्यूज़ विक्टिम आ,
ਅੱਗੇ ਸੀਗਾ ਕਿ ਬੱਚੇ ਫੈਮਿਲੀ ਦੇ ਵਿੱਚ ਹੁੰਦੇ ਸੀਗੇ, ਥੋੜੀ ਬਹੁਤ ਹੈਲਪ ਮਿਲਦੀ ਸੀਗੀ, ਤਾਂ ਹੁਣ ਉਹਨੇ ਬੱਚਿਆਂ ਨੂੰ ਆਪਣੇ ਰਾਈਟ ਦੇ ਵਿੱਚ ਡੋਮੈਸਟਿਕ ਅਬਿਊਜ਼ ਵਿਕਟਿਮ ਉਹਨੇ ਮੰਨਿਆ ਉਹ ਬਿੱਲ ਦੇ ਵਿੱਚ। ਸੋ ਇਹਦੇ ਕਰਕੇ ਗਵਰਨਮੈਂਟ ਨੇ ਐਕਸਟਰਾ ਫੰਡਿੰਗ ਵੀ ਦੇਣੀ ਆ ਆਰਗੇਨਾਈਜੇਸ਼ਨਸ ਨੂੰ, ਕਾਉਂਸਲ ਨੂੰ ਪੈਸੇ ਦੇਣਗੇ ਕਿ ਤੁਸੀਂ ਆਹ ਐਡੀਸ਼ਨਲ ਕੰਮ ਬੱਚਿਆਂ ਦੇ ਨਾਲ ਵੀ ਕਰ ਸਕਦੇ ਆ। ਸੋ ਇੱਕ ਤਾਂ ਇਹ ਰੀਲੀ ਦੈਟਸ ਰੀਲੀ ਗੁੱਡ। ਬਾਕੀ ਹੈ ਕਿ ਬੱਚਿਆਂ ਨੂੰ ਸਾਨੂੰ ਐਬਸੋਲੂਟਲੀ ਬਲੀਵ ਕਰਕੇ ਜਿੱਦਾਂ ਵੀ ਆ ਉਹਨਾਂ ਨੂੰ ਤੁਸੀਂ ਹੈਲਪ ਲਿਆਉਣੀ ਚਾਹੀਦੀ ਉਹ ਬੱਚਿਆਂ ਲਈ। ਐਂਡ ਜਿਹੜੇ ਐਡਲਟਸ ਆ ਤੁਸੀਂ ਰੀਚ ਆਊਟ ਕਰੋ, ਆਰਗੇਨਾਈਜੇਸ਼ਨਸ ਹੈਗੇ ਆ ਹੈਲਪ ਕਰਨੇ ਨੂੰ, ਤੁਸੀਂ ਸਿਰਫ ਇੰਟਰਨੈਟ 'ਤੇ ਦੇਖੋ ਜਾਂ ਕਿਸੇ ਨੂੰ ਪੁੱਛ ਲਓ, ਡਾਕਟਰ ਨੂੰ ਜਾਂ ਕਿਸੇ ਨੂੰ ਪੁੱਛ ਲਓ, ਹੈ ਨਾ। ਅਤੇ ਜੇ ਤੁਸੀਂ ਚਾਹੁੰਦੇ ਤੁਹਾਡੇ ਘਰ ਦੇ ਵਿੱਚ ਆ ਕੇ ਹੈਲਪ ਮਿਲੇ ਉਹ ਵੀ ਮਿਲ ਸਕਦੀ ਆ। ਜੇ ਤੁਸੀਂ ਚਾਹੁੰਦੇ ਆ ਕਿ ਤੁਸੀਂ ਕੇਸ ਕਰਨਾ ਚਾਹੁੰਦੇ ਆ ਉਹ ਵੀ ਮੈਂ ਤੁਹਾਨੂੰ ਤੁਸੀਂ ਰਿਪੋਰਟ ਕਰ ਸਕਦੇ ਆ ਪੁਲਿਸ ਦੇ ਕੋਲ, ਸਟੇਟਮੈਂਟ ਦੇਣੀ ਪੈਣੀ ਆ, ਉਹ ਵੀ ਤੁਸੀਂ ਕਰ ਸਕਦੇ ਆ। ਜੇ ਤੁਸੀਂ ਸਿਰਫ ਆਪਣੀ ਸੇਫਟੀ ਲਈ ਜਾਣਾ ਚਾਹੁੰਦੇ, ਬਿਕਾਜ਼ ਵੀ ਨੋ ਕਿ ਲੇਡੀਜ਼ ਐਕਚੁਅਲੀ ਮਰ ਵੀ ਜਾਂਦੀਆਂ, ਈਵਨ ਲੇਡੀਜ਼ ਬੰਦੇ ਵੀ ਹੈਗੇ ਆ ਕੇਸਿਸ ਜਿਨ੍ਹਾਂ ਦੇ ਨਾਲ ਇੱਦਾਂ ਹੋ ਚੁੱਕਿਆ, ਪਰ ਮੈਜੋਰਿਟੀ 94-95% ਲੇਡੀਜ਼ ਆ ਕਿ ਉਹਨਾਂ ਦੀ ਐਵਰੀ ਵੀਕ ਇਸ ਕੰਟਰੀ ਦੇ ਵਿੱਚ, ਇੰਗਲੈਂਡ ਦੇ ਵਿੱਚ 2 ਲੇਡੀਜ਼ ਦਾ ਮਰਡਰ ਹੁੰਦਾ ਆ ਡੋਮੈਸਟਿਕ ਵਾਇਲੈਂਸ ਦੇ ਕਰਕੇ ਐਵਰੀ ਸਿੰਗਲ ਵੀਕ। ਐਂਡ ਜਿੱਦਾਂ ਲੋਕਡਾਊਨ ਦੇ ਵਿੱਚ ਆਈ ਥਿੰਕ ਕਿ ਲੋਕਡਾਊਨ ਦੇ ਵਿੱਚ ਤਾਂ ਹੋਰ ਵੀ ਐਕਸਟਰਾ ਨੰਬਰਸ ਹੋ ਗਏ ਸੀਗੇ। ਉਹ ਤਾਂ ਪਹਿਲਾਂ ਹੀ ਇਹਨਾਂ ਨੂੰ ਪਿਛਲੇ ਸਾਲ ਜਦੋਂ ਪਹਿਲਾਂ ਲੋਕਡਾਊਨ ਹੋਇਆ ਉਸੇ ਵੇਲੇ ਡਬਲ ਤੋਂ ਵੀ ਉੱਤੇ ਹੋ ਗਿਆ ਸੀਗਾ ਜਿਹੜੇ ਸਟੈਟਿਸਟਿਕਸ ਆ। ਸੋ ਵੀ ਨੋ ਕਿ ਕੁਛ ਲੇਡੀਜ਼ ਨੂੰ ਪਤਾ ਹੈ ਕਿ ਕਿੰਨਾ ਡੇਂਜਰ ਸਿਚੁਏਸ਼ਨ ਆ, ਉਹਨਾਂ ਨੂੰ ਪਤਾ ਕਿ ਜੇ ਅਸੀਂ ਘਰ ਛੱਡਣ ਦੀ ਟਰਾਈ ਕੀਤੀ ਆ ਤਾਂ ਸਾਡੇ ਨਾਲ ਇੱਦਾਂ ਹੋਣੀ ਆ, ਉਹਨਾਂ ਨੂੰ ਪਤਾ ਹੈ। ਦੈਟਸ ਵਾਈ ਮੈਂ ਕਹਿੰਦੀ ਹਾਂ, ਹਮੇਸ਼ਾ ਕਹਿੰਦੀ ਹਾਂ ਕਿ ਜਦੋਂ ਤੁਹਾਨੂੰ ਕੋਈ ਦੱਸਦਾ ਤੁਹਾਨੂੰ ਬਲੀਵ ਕਰਨਾ ਚਾਹੀਦਾ ਉਹਨਾਂ ਦਾ ਕਿ ਉਹਨਾਂ ਨੂੰ ਪਤਾ, ਉਹ ਰਹਿੰਦੇ ਉਸ ਸਿਚੁਏਸ਼ਨ ਦੇ ਵਿੱਚ, ਹੈ ਨਾ। ਭਾਵੇਂ ਤੁਸੀਂ ਸੋਚਦੇ ਹੋਵੋਗੇ ਕਿ ਬਿਜ਼ਨਸ ਪਰਸਨ ਆ ਜਾਂ ਇਹ ਰਿਲੀਜੀਅਸ ਪਰਸਨ ਆ ਜਾਂ ਇਹਨਾਂ ਦੇ ਪੈਸਾ ਕਿੰਨਾ ਇਹਨਾਂ ਦੇ ਕੋਲ, ਇੱਦਾਂ ਕਿੱਦਾਂ ਹੋ ਸਕਦੀ ਆ। So we don't know what's happening behind closed doors. Absolutely. ਪਰ ਮੈਂ ਇਹ ਵੀ ਮੰਨਦੀ ਹਾਂ ਕਿ ਜਿੱਦਾਂ ਇੰਗਲਿਸ਼ ਕਮਿਊਨਿਟੀ ਦੇ ਵਿੱਚ ਇੱਦਾਂ ਕਹਿੰਦੇ ਕਿ ਵੀ ਡੋਨਟ ਨੋ ਵਾਟਸ ਹੈਪਨਿੰਗ ਬਿਹਾਈਂਡ ਕਲੋਜ਼ਡ ਡੋਰਸ। ਮੈਂ ਬਿਲੀਵ ਕਰਦੀ ਹਾਂ ਕਿ ਜਿਹੜੇ ਆਪਣੀ ਪੰਜਾਬੀ ਕਮਿਊਨਿਟੀ ਸਾਰਿਆਂ ਨੂੰ ਪਤਾ ਹੁੰਦਾ ਕਿ ਕੀ ਹੋ ਰਿਹਾ ਇਸ ਘਰ ਦੇ ਵਿੱਚ, ਪਰ ਕੋਈ ਹੈਲਪ ਨਹੀਂ ਕਰਦਾ, ਕੋਈ ਬੋਲਦਾ ਨਹੀਂ, ਸਾਰਿਆਂ ਨੂੰ ਪਤਾ ਹੁੰਦਾ, ਕਿਸੇ ਨੂੰ ਤਾਂ ਪਤਾ ਹੁੰਦਾ ਆ। ਪਰ ਸੁਦੇਸ਼ ਇਹਦਾ ਕਾਰਨ ਤੁਸੀਂ ਕੀ ਕਹਿੰਦੇ ਵੀ ਦੈਟਸ ਐਬਸੋਲੂਟਲੀ ਰਾਈਟ, ਬਿਕਾਜ਼ ਕਾਫੀ ਕੇਸਿਸ ਆਪਾਂ ਵੇਖੇ ਹੈ ਕਿ ਐਵਰੀਬਾਡੀ ਨੋ ਵਾਟਸ ਹੈਪਨਿੰਗ, ਬਟ ਕਿਉਂ ਕੋਈ ਠੋਸ ਕਦਮ ਕਿਉਂ ਨਹੀਂ ਉਠਾਉਂਦਾ? ਬਿਕਾਜ਼ ਦੇ ਆਲ ਬੀਨ ਥਰੂ ਕਿ ਸਾਡੀ ਕਮਿਊਨਿਟੀ ਦੇ ਵਿੱਚ ਆਲਵੇਜ਼ ਬੀਨ ਇਟਸ ਅ ਪਾਰਟ ਆਫ ਇਟ। ਕੀ ਤੁਹਾਨੂੰ ਲੱਗਦਾ? ਸੋ ਮੈਨੀ ਥਿੰਗਸ। ਕਿੰਨੇ ਨੂੰ ਹੁੰਦਾ ਕਿ ਡਰ ਆ ਆਪਣੇ ਲਾਈਫ ਦਾ ਡਰ ਆ, ਕਿੰਨੇ ਨੂੰ ਹੁੰਦਾ ਫੈਮਿਲੀ ਦੀ ਬੇਇੱਜ਼ਤੀ ਨਹੀਂ ਕਰਾਉਣਾ ਚਾਹੁੰਦੇ ਕਿ ਮਮ ਡੈਡ ਕਿ ਉਹ ਕੀ ਸੋਚੋਗੇ ਜਾਂ ਉਹਨਾਂ ਦੀ ਬੇਇੱਜ਼ਤੀ ਹੋਊਗੀ ਇੱਦਾਂ। ਐਂਡ ਇਟਸ ਮੈਨੀ ਡਿਫਰੈਂਟ ਰੀਜ਼ਨਸ ਵਾਈ ਪੀਪਲ ਡੋਂਟ ਲੀਵ। ਕਿਉਂਕਿ ਕਿੰਨੇ ਨੂੰ ਹੁੰਦਾ ਕਿ ਉਹ ਐਕਚੁਅਲੀ ਜਿੱਦਾਂ ਉਹ ਚਾਹੁੰਦੇ ਨਹੀਂ ਕਿ ਅਸੀਂ ਛੱਡੀਏ, ਪਰ ਉਹ ਇਹ ਚਾਹੁੰਦੇ ਕਿ ਉਹਨਾਂ ਦਾ ਹਸਬੈਂਡ ਬਦਲ ਜਾਵੇ, ਕਿ ਜੇ ਉਹਨਾਂ ਨੂੰ ਹੈਲਪ ਮਿਲ ਜਾਊਗੀ ਮੇਬੀ ਉਹ ਹਟ ਜਾਊਗਾ ਇੱਦਾਂ ਦਾ ਬਿਹੇਵੀਅਰ ਕਰਨ ਤੋਂ। ਤੁਹਾਡੇ ਦੇਖਣ 'ਚ ਆਇਆ ਵੀ ਕੋਈ ਠੀਕ ਹੋ ਗਿਆ? It's very hard. I mean, like perpetrator programs ਹੈਗੇ ਆ, and perpetrator programs ਉਹਨਾਂ ਲਈ ਹੈ ਜਦੋਂ ਕੋਰਟ ਦੇ ਵਿੱਚ ਕਿੰਨੀ ਵਾਰ ਕਹਿੰਦੇ ਕਿ ਤੁਹਾਨੂੰ ਉਹ ਪ੍ਰੋਗਰਾਮ ਤੇ ਬੰਦੇ ਨੂੰ ਜਾਣਾ ਪੈਂਦਾ ਜਿਹੜਾ ਵਾਇਲੈਂਟ ਪਰਸਨ ਹੁੰਦਾ ਆ। ਐਂਡ ਮੈਂ ਕਿੰਨੇ ਨਾਲ ਜਿਹੜੇ ਬਣਾਉਂਦੇ ਆ ਪ੍ਰੋਗਰਾਮਸ, ਜਿਹੜੇ ਡਿਲੀਵਰ ਕਰਦੇ ਪ੍ਰੋਗਰਾਮਸ, ਉਹਨਾਂ ਦੇ ਨਾਲ ਮੈਂ ਗੱਲ ਕਰ ਚੁੱਕੀ ਹਾਂ, ਤਾਂ ਉਹ ਕਹਿੰਦੇ ਆ ਮੇਬੀ 5-10% ਥੋੜ੍ਹਾ ਬਹੁਤ ਫਰਕ ਪੈਂਦਾ ਆ, 100% ਕੋਈ ਨਹੀਂ ਕਿਸੇ ਨੂੰ ਜਾਣਦਾ ਜਿਹੜਾ ਐਬਸੋਲੂਟਲੀ 100% ਬਦਲ ਜਾਂਦਾ। ਪਰ ਕੁਛ ਲੇਡੀਜ਼ ਹੈਗੀਆਂ ਕਿ ਮੈਂ ਸੁਣ ਚੁੱਕੀ ਹਾਂ ਓਲਡਰ ਲੇਡੀਜ਼ ਨੂੰ ਕਹਿੰਦਿਆਂ ਨੂੰ ਕਿ ਸਾਡੇ ਨਾਲ ਵੀ ਇੱਦਾਂ ਹੋਈ ਸੀਗੀ, ਅਸੀਂ ਵੀ ਠੀਕ ਹੀ ਹਾਂ, ਜੇ ਇਹਦੇ ਨਾਲ ਹੁੰਦੀ ਹੈ ਫਿਰ ਕੀ ਹੋ ਗਿਆ। ਉਹਨਾਂ ਦੇ ਪੁੱਤ ਜਿਹੜੇ ਆ ਉਹ ਆਪਣੀ ਨੂੰਹਾਂ ਨੂੰ ਅੱਗਿਓਂ ਪੈਟਰਨ ਜਿਹੜਾ ਰਿਪੀਟ ਹੁੰਦਾ ਰਹਿੰਦਾ ਇੱਦਾਂ ਹੈਗੀ ਆ। they accept it ਕਿ it's part of life ਕਿ ਥੱਪੜ ਮਾਰੇ ਫਿਰ ਕੀ ਹੋ ਗਿਆ, ਥੱਕਿਆ ਆਇਆ ਸੀ। ਸੋ ਸੁਦੇਸ਼ ਤੁਹਾਨੂੰ ਲੱਗਦਾ ਵੀ ਜਿਹੜੇ ਸਪੈਸ਼ਲੀ ਬੱਚੇ ਆ ਉਹਨਾਂ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਜਿਹੜੀ ਵਾਇਲੈਂਸ ਹੈ ਇਟਸ ਅ ਨੋ। ਇਹ ਸਭ ਤੋਂ ਪਹਿਲੀ ਗੱਲ ਹੈਗੀ ਹੈ। ਐਂਡ ਦੇਰ ਇਜ਼ ਅ ਹੈਲਪ ਅਵੇਲੇਬਲ ਅਗਰ ਉਹਨਾਂ ਨੂੰ ਚਾਹੀਦੀ ਹੋਏ, ਕਿ ਉਹਨਾਂ ਨੂੰ ਇਕੱਲਾ ਮਹਿਸੂਸ ਨਹੀਂ ਹੋਣਾ ਚਾਹੀਦਾ। ਬਿਕੋਜ਼ ਬੱਚੇ ਜਿਹੜੇ ਆ ਕਈ ਵਾਰੀ ਫੈਮਿਲੀ ਦੇ ਵਿੱਚ ਦੇ ਆਰ ਇਨ ਦੇਅਰ ਰੂਮ, ਪਰ ਉਹ ਸੋਚਦੇ ਆ ਵੀ ਫੈਮਿਲੀ ਸੋਚਦੀ ਆ ਕਿ ਬੱਚਿਆਂ ਨੂੰ ਕਿਹੜਾ ਕੁਛ ਪਤਾ ਲੱਗਦਾ, ਬਟ ਦੇ ਕੈਨ ਹੇਅਰ। ਐਂਡ ਇੰਨੇ ਕਈ ਡਰੇ ਹੁੰਦੇ ਆ, ਲਾਈਕ ਆਪਾਂ ਦੇਖਿਆ ਵੀ ਬੁਲਿੰਗ ਕਾਫੀ ਹੁੰਦੀ ਆ ਉਹਨਾਂ ਨੂੰ ਸਕੂਲੇ, ਕਿਉਂਕਿ ਜਿਹੜੇ ਦੂਸਰੇ
ਬॉयਫ੍ਰੈਂਡ ਹੈ ਜਾਂ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਹਨਾਂ ਦੇ ਘਰ 'ਚ ਕੀ ਹੋ ਰਿਹਾ ਐਂਡ ਦੇ ਟੀਜ਼ ਦੈਮ ਔਰ ਬਲਾਈਜ਼ ਦੈਮ ਤੇ ਉਹਦੇ ਕਰਕੇ ਜਿਹੜਾ ਬੱਚਿਆਂ ਦਾ ਸਟੱਡੀ ਫੰਕਸ਼ਨ ਜਿਹੜਾ ਉਹ ਖਰਾਬ ਹੋਣਾ ਚਾਲੂ ਹੁੰਦਾ। ਫਿਰ ਮੁੜ ਕੇ ਲੋਟਸ ਆਫ ਪੀਪਲ ਸੇ ਜਾਂ ਪੇਰੈਂਟਸ ਕਹਿੰਦੇ ਟੀਚਰ ਕਹਿੰਦੇ ਵੀ ਇਹ ਪਹਿਲੇ ਤਾਂ ਇੰਨਾ ਹੁਸ਼ਿਆਰ ਸੀਗਾ ਹੁਣ ਸਡਨਲੀ ਕੀ ਹੋ ਗਿਆ ਵੀ ਇੱਕਦਮ ਇੱਦਾਂ ਹੋ ਗਿਆ। ਬਟ ਜਦੋਂ ਦੇਖਿਆ ਜਾਂਦਾ ਹੈ ਇਨ ਡੈਪਥ ਕੀ ਹੈ ਦੈਟ ਵਾਸ ਦ ਰੀਜ਼ਨ ਕਿ ਡੋਮੈਸਟਿਕ ਵਾਇਲੈਂਸ ਹੋ ਰਿਹਾ ਸੀ ਜਾਂ ਚਾਈਲਡ ਵਾਸ ਗੈਟਿੰਗ ਅਬਿਊਜ਼ਡ ਜਾਂ ਬੁਲੀ ਕਹਿ ਲਓ ਉਹ ਹੋ ਰਿਹਾ ਸੀਗਾ ਘਰ ਦੇ ਵਿੱਚ। ਤੇ ਤੁਸੀਂ ਜਦੋਂ ਇਸ ਇਹਨਾਂ ਬੱਚਿਆਂ ਦੇ ਨਾਲ ਮਿਲਦੇ ਹੋ ਜਾਂ ਫੈਮਿਲੀ ਦੇ ਨਾਲ ਡੀਲ ਕਰਦੇ ਹੋ ਤੁਸੀਂ ਕੀ ਗੱਲਾਂ ਦਾ ਧਿਆਨ ਰੱਖਦੇ ਹੋ ਵੀ ਬੱਚਿਆਂ ਨੂੰ ਇਹ ਚੀਜ਼ਾਂ ਇਸ ਟਾਈਮ ਤੇ ਚਾਹੀਦੀਆਂ ਹੈਗੀਆਂ ਜਾਂ ਜਦੋਂ ਤੁਸੀਂ ਉਹਨਾਂ ਨੂੰ ਕੋਈ ਪ੍ਰੋਵਾਈਡ ਕਰਦੇ ਹੋ ਸਰਵਿਸ ਚਾਹੇ ਉਹ ਵੂਮਨ ਹੈ ਜਾਂ ਬੱਚੇ ਸਪੈਸ਼ਲੀ ਬਿਕੋਜ਼ ਵੀ ਆਰ ਟਾਕਿੰਗ ਅਬਾਊਟ ਵੂਮਨ ਐਂਡ ਚਿਲਡਰਨ ਕਿਉਂਕਿ ਮੈਜੋਰਿਟੀ ਆਫ ਜਿਹੜੇ ਹੈਗੇ ਆ ਵੀ ਨਾਟ ਇਨਕਲੂਡਿੰਗ ਮੈਨ ਐਟ ਦ ਮੋਮੈਂਟ ਬਟ ਸਿਮਿਲਰ ਯੂ ਕੈਨ ਸੇ ਸਿਚੁਏਸ਼ਨ ਬੰਦਿਆਂ ਦੀ ਵੀ ਹੋ ਸਕਦੀ ਹੈ ਬਟ ਟੁਡੇ ਵੀ ਗੋਇੰ ਟੂ ਟਾਕ ਅਬਾਊਟ ਵੂਮਨ। ਉਹਨਾਂ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਡੀਲ ਕਰਦੇ ਹੋ ਐਜ਼ ਅ ਸਰਵਿਸ ਯੂਜ਼ਰ? ਸੋ ਵੀ ਨੈਵਰ ਸਿਟ ਐਂਡ ਸੇ ਟੂ ਦ ਚਾਈਲਡ ਕਿ ਸਾਨੂੰ ਦੱਸੋ ਕੀ ਹੋਇਆ ਸੀ ਹੈ ਨਾ। ਅਸੀਂ ਇੱਦਾਂ ਨਹੀਂ ਕਦੇ ਵੀ ਗੱਲ ਕਰਦੇ ਉਹਨਾਂ ਦੇ ਨਾਲ। ਜੇ ਬੱਚਾ ਸਾਡੇ ਕੋਲ ਆ ਕੇ ਸਾਡੇ ਨਾਲ ਗੱਲ ਕਰਦਾ ਫਿਰ ਅਸੀਂ ਲਿਸਨ ਕਰਦੇ ਹਾਂ। ਬਟ ਐਕਚੁਅਲੀ ਜਿੱਦਾਂ ਲਾਈਕ ਹੁਣ ਮੈਂ ਹੁਣ ਅਲੱਗ ਬੁੱਕਸ ਬਣਾਈਆਂ ਜਾਂ ਆਪਣੀ ਗੇਮਸ ਹੈਗੀਆਂ ਉਹ ਜਿਹੜਾ ਤਰੀਕਾ ਅਸੀਂ ਯੂਜ਼ ਕਰੀਦਾ ਆ ਉਹਨਾਂ ਨਾਲ ਖੇਡ ਕੇ ਬੁੱਕਸ ਯੂਜ਼ ਕਰਕੇ ਕਿ ਬੱਚਾ ਹੌਲੀ ਹੌਲੀ ਫਿਰ ਓਪਨ ਅਪ ਕਰਦਾ ਹੈ। ਜਿੱਦਾਂ ਪਹਿਲਾਂ ਤਾਂ ਇਹ ਗੱਲ ਹੈ ਕਿ ਬੱਚੇ ਨੂੰ ਤੁਹਾਡੇ ਨਾਲ ਟਰਸਟ ਬਿਲਡ ਕਰਨਾ ਚਾਹੀਦਾ ਆ। ਜਦੋਂ ਬੱਚਾ ਟਰਸਟ ਬਿਲਡ ਕਰਦਾ ਫਿਰ ਥੋੜ੍ਹਾ ਰਿਲੈਕਸ ਹੁੰਦਾ ਫਿਰ ਹੌਲੀ ਹੌਲੀ ਕਦੇ ਕਦੇ ਓਪਨ ਅਪ ਹੋਣ ਲੱਗ ਪੈਂਦਾ ਆ। ਕੁਛ ਬੱਚੇ ਹੁੰਦੇ ਜਦੋਂ ਜਿਹੜੇ ਜਿੱਦਾਂ ਲਾਈਕ ਅਪਸੈਟ ਹੁੰਦੇ ਆ ਫਿਰ ਪੁੱਛਣਾ ਪੈਂਦਾ ਉਹਨਾਂ ਬੱਚੇ ਨੂੰ ਕਿ ਵਾਟਸ ਰੋਂਗ ਵਾਈ ਆਰ ਯੂ ਅਪਸੈਟ ਹੈ ਨਾ। ਅਤੇ ਹੋ ਸਕਦਾ ਕਿ ਉਹ ਤੁਹਾਨੂੰ ਦੱਸੂਗੇ ਕਿ ਗੱਲ ਕੀ ਹੋਈ ਹੈ। ਪਰ ਬੱਚਿਆਂ ਦੇ ਜਿੱਦਾਂ ਕਹਿੰਦੇ ਹੁੰਦੇ ਨੈਵਰ ਪੁੱਟ ਵਰਡਸ ਇਨ ਦੇਅਰ ਮਾਊਥ। ਸੋ ਇੱਦਾਂ ਨਹੀਂ ਕਹਿਣਾ ਕਿ ਤੇਰੇ ਨਾਲ ਇੱਦਾਂ ਹੋਈ ਸੀ ਜਾਂ ਤੇਰੇ ਨਾਲ ਇੱਦਾਂ ਹੋਈ ਸੀਗੀ। ਬੱਚਿਆਂ ਨੂੰ ਆਪ ਖੁੱਲ੍ਹ ਕੇ ਜਦੋਂ ਰੈਡੀ ਹੁੰਦੇ ਉਹਨੇ ਆਪੇ ਦੱਸ ਦੇਣਾ ਤੁਹਾਨੂੰ ਕਿ ਪ੍ਰੋਬਲਮ ਕੀ ਹੈ। ਗਿਵ them time, make help them become trusted with you, be calm, patient ਹੈ ਨਾ ਬਿਕਾਜ਼ ਟਾਈਮ ਲੱਗਦਾ ਆ ਕਿ ਬੱਚਾ ਤੁਹਾਡੇ ਨਾਲ ਕੰਫਰਟੇਬਲ ਹੋ ਕੇ ਤੁਹਾਡੇ ਨਾਲ ਦੱਸੂਗਾ। ਬਟ ਡਿਫਰੈਂਟ ਤਰੀਕੇ ਡਿਫਰੈਂਟ ਵੇਜ਼ ਆਫ ਟਾਕਿੰਗ ਸਟੋਰੀ ਟੈਲਿੰਗ ਮਿਊਜ਼ਿਕ ਬਣਾਉਣਾ ਪੋਇਟਰੀ ਲਿਖਣੀ ਤੇ ਬੱਚੇ ਖੁਦ ਆਪਣੇ ਆਪ ਹੌਲੀ ਹੌਲੀ ਓਪਨ ਅਪ ਹੋ ਜਾਂਦੇ ਆ। ਸੁਦੇਸ਼ ਇੱਦਾਂ ਹੁੰਦਾ ਵੀ ਜਦੋਂ ਕਈ ਵਾਰੀ ਨਾ ਫੈਮਿਲੀ ਦੇ ਵਿੱਚ ਲਾਈਕ ਪੇਰੈਂਟਸ ਜਾਂ ਕਹਿ ਲਓ ਵੀ ਦੋਵੇਂ ਫਾਈਟ ਕਰ ਰਹੇ ਨੇ ਹੈ ਨਾ ਬੱਚਾ ਕਈ ਵਾਰੀ ਆ ਜਾਂਦਾ ਵਿੱਚ ਵੀ ਸਟਾਪ ਕਰਨ ਵਾਸਤੇ ਵੀ ਮਮ ਨੂੰ ਹਿੱਟ ਨਾ ਕਰੋ ਜਾਂ ਡੈਡ ਨੂੰ ਨਾ ਹਿੱਟ ਕਰੋ ਤੇ ਤੁਸੀਂ ਉਹ ਬੱਚਿਆਂ ਨੂੰ ਕੀ ਕਹੋਗੇ ਵੀ ਉਸ ਟਾਈਮ ਤੇ ਉਹਨਾਂ ਨੂੰ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ ਉਹਦੇ ਸ਼ੁੱਡ ਸਟੇ ਅਵੇ ਜਸਟ ਟੂ ਬੀ ਔਨ देयर ਸੇਫਟੀ ਬਿਕਾਜ਼ ਕਈ ਵਾਰੀ ਹੁੰਦਾ ਬੱਚੇ ਨੂੰ ਜ਼ਿਆਦਾ ਕੁੱਟਿਆ ਜਾਂਦਾ ਹੈਗਾ। ਸੋ ਉਸ ਟਾਈਮ ਤੇ ਬੱਚੇ ਜਿਹੜੇ ਵਾਚ ਕਰ ਰਹੇ ਨੇ ਉਹਨਾਂ ਨੂੰ ਕੀ ਤੁਸੀਂ ਕਹੋਗੇ ਵੀ ਕਿਸ ਤਰੀਕੇ ਦੇ ਨਾਲ ਆਪਣੀ ਪ੍ਰੋਟੈਕਸ਼ਨ ਤੁਸੀਂ ਬਣਾ ਕੇ ਰੱਖਣੀ ਹੈ? ਆਈ ਥਿੰਕ ਬੱਚਿਆਂ ਨੂੰ ਓਬਵੀਅਸਲੀ ਇਟਸ ਨੋਟ ਜੇ ਬੱਚੇ ਗੱਭੇ ਆ ਜਾਂਦੇ ਆ ਉਹਨਾਂ ਦੀ ਕਾਫੀ ਸੀਰੀਅਸ ਇੰਜਰੀ ਹੋ ਸਕਦੀ ਆ। ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਕਿ 2 women die every week ਬੱਚੇ ਵੀ ਮਰਦੇ ਆ ਐਂਡ ਐਕਚੁਅਲੀ ਜਿਹੜੇ ਜਿੱਦਾਂ ਲਾਈਕ ਅਸੀਂ ਦੇਖਿਆ ਨਿਊਜ਼ ਉੱਤੇ ਫੈਮਿਲੀ ਦੇ ਵਿੱਚ ਬੱਚੇ ਮਰਡਰ ਹੁੰਦੇ ਆ ਬੇਬੀਜ਼ ਵੀ ਮਰਡਰ ਹੁੰਦੇ ਆ। ਆਈ ਥਿੰਕ ਸਮਥਿੰਗ ਲਾਈਕ ਸਟੈਟਿਸਟਿਕ ਕਹਿੰਦੇ ਆ 60-70% ਦੇ ਵਿੱਚ ਡੋਮੈਸਟਿਕ ਅਬਿਊਜ਼ ਸਿਚੁਏਸ਼ਨ ਆ। ਸੋ ਸਿਰਫ ਇੱਦਾਂ ਨਹੀਂ ਹੈਗਾ ਕਿ ਬੱਚਾ ਮਰ ਗਿਆ ਆ ਜਾਂ ਮਰਡਰ ਕੀਤਾ ਗਿਆ ਡੋਮੈਸਟਿਕ ਅਬਿਊਜ਼ ਉਸ ਫੈਮਿਲੀ ਦੇ ਵਿੱਚ ਹੁੰਦਾ ਆ। ਯੈਸ ਸੋ ਇਟਸ ਰੀਅਲੀ ਇੰਪੋਰਟੈਂਟ ਕਿ ਬੱਚਾ ਜੇ ਸਕੂਲ ਦੇ ਵਿੱਚ ਦੱਸ ਸਕਦਾ ਕਿ ਘਰ ਦੇ ਵਿੱਚ ਇੱਦਾਂ ਹੋ ਰਹੀ ਆ ਤੇ ਸਕੂਲ ਦੇ ਟੀਚਰ ਨੂੰ ਦੱਸੇ ਬਿਕਾਜ਼ ਇਹ ਐਕਚੁਅਲੀ ਸਕੂਲਸ ਦੇ ਵਿੱਚ ਵੀ ਹੁਣ ਥੋੜ੍ਹੀ ਰਿਸਪੋਂਸਿਬਿਲਿਟੀ ਹੈਗੀ ਆ ਕਿ ਉਹਨਾਂ ਦੇ ਸੇਫ ਗਾਰਡਿੰਗ ਲੀਡਸ ਹੁੰਦੇ ਆ ਕਿ ਤੁਸੀਂ ਕਿ ਜਿਹੜੇ ਟੀਚਰਸ ਨੂੰ ਬੱਚਾ ਕੋਈ ਦੱਸਦਾ ਫਿਰ ਟੀਚਰ ਸੇਫ ਗਾਰਡਿੰਗ ਲੀਡ ਦੇ ਕੋਲ ਲੈ ਕੇ ਜਾਂਦਾ ਆ। ਬੱਚੇ ਡਰੇ ਹੋਏ ਹੁੰਦੇ ਕਦੇ ਕਿ ਸੋਸ਼ਲ ਸਰਵਿਸਿਜ਼ ਲੋਕੀ ਸੋਚਦੇ ਜਦੋਂ ਸੋਸ਼ਲ ਵਰਕਰ ਦਾ ਨਾਂ ਆ ਜਾਂਦਾ ਆ ਕਿ ਖਰਿਆ ਸਾਨੂੰ ਸੋਸ਼ਲ ਵਰਕਰਾਂ ਨੇ ਘਰ ਦੇ ਵਿੱਚੋਂ ਲੈ ਜਾਣਾ ਆ ਕਿ ਸਾਨੂੰ ਸੈਪਰੇਟ ਕਰ ਦੇਣਾ ਆ। ਜਿਹੜੇ ਘਰ ਦੇ ਵਿੱਚ ਜਿੱਥੇ ਬੱਚੇ ਦੀ ਲਾਈਫ ਨੂੰ ਡੇਂਜਰ ਹੈਗੀ ਆ ਦਿਸ ਟਰੂ ਸੋਸ਼ਲ ਵਰਕਰਸ ਰਿਮੂਵ ਕਰ ਸਕਦੇ ਆ ਕੋਰਟ ਆਰਡਰ ਲੈ ਕੇ ਰਿਮੂਵ ਕਰ ਸਕਦੇ ਬੱਚੇ ਨੂੰ। ਪਰ ਜਿੱਦਾਂ ਜੇ ਲੇਡੀ ਜਿਹੜੀ ਹੁੰਦੀ ਆ ਆਪਣੇ ਬੱਚੇ ਨੂੰ ਲੁੱਕ ਆਫਟਰ ਕਰਨ ਲਈ ਸੈਪਰੇਟ ਹੋ ਜਾਂਦੀ ਆ ਉਹ ਪਰਪਟਰੇਟਰ ਕੋਲੋਂ ਵਾਇਲੈਂਸ ਕੋਲੋਂ ਫਿਰ ਕਦੇ ਵੀ ਉਹ ਇਹ ਪਹਿਲੀ ਚੋਇਸ ਨਹੀਂ ਹੁੰਦੀ ਸੋਸ਼ਲ ਵਰਕਰਾਂ ਦੀ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਬੱਚਾ ਸੇਫ ਹੋਣਾ ਚਾਹੀਦਾ ਆ। ਸੋ ਜੇ ਬੱਚਾ ਸੇਫ ਹੋ ਗਿਆ ਬਿਕਾਜ਼ ਤੁਸੀਂ ਸੈਪਰੇਟ ਹੋ ਗਏ ਫਿਰ ਉਹ ਬੱਚਾ ਇੱਦਾਂ ਰਿਮੂਵ ਨਹੀਂ ਕਰਦੇ ਹੈਗੇ। ਸੋ ਪਰ
ਬੱਚੇ ਵੀ ਘਬਰਾਉਂਦੇ ਇਹਨਾਂ ਗੱਲਾਂ ਤੋਂ, ਉਹਨੀ ਗੱਲਾਂ ਸੁਣੀਆਂ ਹੁੰਦੀਆਂ ਇੱਦਾਂ ਦੀਆਂ। ਬਿਕੋਜ਼ ਨੋਬਡੀ ਜਿਹੜੇ ਬੱਚੇ ਉਹ ਵੀ ਆਪਣੇ ਪੇਰੈਂਟਸ ਦੇ ਨਾਲ ਨੋ ਮੈਟਰ ਆਈ ਮੀਨ ਦੇਖਣ 'ਚ ਵੀ ਆਇਆ ਵੀ ਜਿੰਨੇ ਮਰਜ਼ੀ ਪੇਰੈਂਟਸ ਜਿਹੜੇ ਆ ਵਾਇਲੈਂਸ ਜਾਂ ਅਬਿਊਜ਼ ਕਰਦੇ ਹਨ, ਬੱਚਾ ਸਟਿਲ ਵਾਂਟ ਟੂ ਸਟੇ ਵਿਦ ਆਪਣੇ ਮਮ ਜਾਂ ਡੈਡ ਦੇ ਨਾਲ। ਹਮੇਸ਼ਾ ਅਟੈਚਮੈਂਟ ਐਸ ਵੀ ਸਹੀ ਕਿ ਬੱਚੇ ਦਾ ਅਟੈਚਮੈਂਟ ਕਿਸੇ ਨਾ ਕਿਸੇ ਦੇ ਨਾਲ ਤੇ ਹੁੰਦਾ ਹੀ ਹੈ। ਪਰ ਸੁਦੇਸ਼, ਜਦੋਂ ਅਸੀਂ ਗੱਲ ਕਰਦੇ ਹਾਂ ਜਿਹੜੇ ਪਾਲਿਸੀ ਵਗੈਰਾ ਬਣਾਉਂਦੇ ਨੇ, ਜਾਂ ਤੁਹਾਨੂੰ ਕੀ ਲੱਗਦਾ ਕਿਸ ਤਰੀਕੇ ਦੇ ਨਾਲ ਅਸੀਂ ਹੋਰ ਗਾਂ ਇਨਫੋਰਮੇਸ਼ਨ ਜਿਹੜੀ ਹੈਗੀ ਆਪਣੀ ਕਮਿਊਨਿਟੀ 'ਚ ਪ੍ਰੋਵਾਈਡ ਕਰ ਸਕਦੇ ਹਾਂ? ਥੋੜ੍ਹਾ ਜਿਹਾ ਜਿਹੜਾ ਤੁਸੀਂ ਆਪਣਾ ਸਰਵੇ ਜਿਹੜਾ ਕਰ ਰਹੇ ਹੋ ਉਹਦੇ ਬਾਰੇ ਵੀ ਦੱਸੋ, ਤਾਂ ਕਿ ਜਿਹੜੇ ਸਾਡੇ ਕਮਿਊਨਿਟੀ ਦੇ ਵਿੱਚ ਲੋਕ ਨੇ ਹੋਰ ਪਾਰਟਿਸਿਪੇਟ ਹੋਣ, ਤੇ ਤੁਸੀਂ ਜਿਹੜੀ ਮਦਦ ਕਰ ਰਹੇ ਹੋ ਉਹਦੇ ਵਿੱਚ ਤੁਸੀਂ ਹੋਰ ਦੇਖੋ ਵੀ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਕਮਿਊਨਿਟੀ ਦੀ ਮਦਦ ਕਰ ਸਕਦੇ ਹਾਂ। ਥੋੜ੍ਹਾ ਜਿਹਾ ਆਪਣੇ ਸਰਵੇ ਬਾਰੇ ਵੀ ਦੱਸੋ, ਤੇ ਥੋੜ੍ਹਾ ਜਿਹਾ ਜਿਹੜੀ ਮੂਵਿੰਗ ਫੋਰਵਰਡ ਵਟ ਪਾਲਿਸੀ ਮੇਕਰ ਮਸਟ ਡੂ ਉਹਦੇ ਬਾਰੇ ਗੱਲ ਕਰੀਏ। ਸੋ ਆਈ ਥਿੰਕ ਐਜੂਕੇਸ਼ਨ ਇਜ਼ ਕੀ, ਕਿਉਂਕਿ ਹੁਣ ਸਕੂਲ ਦੇ ਵਿੱਚ ਜਿੱਦਾਂ ਬੱਚਿਆਂ ਨੂੰ ਜੇ ਉੱਥੇ ਐਜੂਕੇਸ਼ਨ ਮਿਲੂਗੀ ਤਾਂ ਦੈਟਸ ਦ ਬੈਸਟ ਥਿੰਗ। ਉੱਥੋਂ ਪਤਾ ਲੱਗਣ ਉਹਨਾਂ ਨੂੰ ਕਿ ਕੀ ਸਹੀ ਆ ਕੀ ਗਲਤ ਆ, ਕਿਸ ਤਰ੍ਹਾਂ ਬਿਹੇਵੀਅਰ ਕਰਨਾ ਚਾਹੀਦਾ, ਕਿਸ ਤਰ੍ਹਾਂ ਗਲਤ ਬਿਹੇਵੀਅਰ ਆ ਜੇ ਤੁਸੀਂ ਇੱਦਾਂ ਕਰੋਗੇ। ਦੈਟਸ ਰੀਲੀ ਇੰਪੋਰਟੈਂਟ। ਰਿਲੇਸ਼ਨਸ਼ਿਪਸ ਬਾਰੇ ਸਮਝਣਾ ਕਿ ਹੈਲਥੀ ਰਿਲੇਸ਼ਨਸ਼ਿਪ ਕੀ ਹੁੰਦੀ ਆ, ਦੈਟਸ ਰੀਲੀ ਇੰਪੋਰਟੈਂਟ। ਬੁਲੀਇੰਗ ਕੀ ਹੁੰਦੀ ਹੈ, ਕਿਉਂਕਿ ਛੋਟੇ ਬੱਚਿਆਂ ਨੂੰ ਤਾਂ ਇੱਦਾਂ ਡੋਮੈਸਟਿਕ ਵਾਇਲੈਂਸ ਬਾਰੇ ਮੇ ਬੀ ਨਾ ਪਤਾ ਹੋਊਗਾ, ਬਟ ਐਕਚੁਅਲੀ ਜਿੱਦਾਂ ਪਲੇਗਰਾਊਂਡ ਦੇ ਜਦੋਂ ਖੇਡਦੇ ਆ ਤਾਂ ਇੱਕ ਦੂਜੇ ਨੂੰ ਬੁਲੀ ਕਰਦੇ ਆ, ਵੱਡੇ ਹੋ ਕੇ ਉਹੀ ਡੋਮੈਸਟਿਕ ਅਬਿਊਜ਼ ਬਣ ਸਕਦਾ ਆ। ਸੋ ਦੈਟ ਐਜੂਕੇਸ਼ਨ ਇਜ਼ ਰੀਲੀ ਇੰਪੋਰਟੈਂਟ। ਬਟ ਜੇ ਤੁਸੀਂ ਜਿੱਦਾਂ ਸਰਵੇ ਦੇ ਨਾਲ ਤੁਸੀਂ ਪਾਰਟ ਲੈਣਾ ਚਾਹੁੰਦੇ ਆ, ਤੁਸੀਂ ਜੈਂਡਰ ਇਕੁਆਲਿਟੀ ਮੈਟਰਸ ਸਰਵੇ ਨੂੰ ਤੁਸੀਂ ਦੇਖੋ, ਤੁਸੀਂ ਫਿਲ ਕਰੋ, ਬਿਕਾਜ਼ ਉਹਦੇ ਹਿਸਾਬ ਨਾਲ ਜਿੱਦਾਂ ਜਿਹੜੇ ਲੋਕਾਂ ਨੇ ਮੈਨੂੰ ਰਿਸਪੌਂਸ ਦਿੱਤੀ ਆ, ਨੀਲੀ 500 ਬੰਦਾ ਨੀਲੀ ਹੋ ਚੁੱਕਾ ਹੁਣ ਜਿਨ੍ਹਾਂ ਨੇ ਰਿਸਪੌਂਸ ਦਿੱਤੀ ਆ, ਐਂਡ ਐਕਚੁਅਲੀ 75% ਫੀਮੇਲ ਆ, 25% ਮੇਲ ਨੇ ਰਿਸਪੌਂਸ ਦਿੱਤਾ ਆ। ਤੇ ਉਹਨਾਂ ਨੂੰ ਪਤਾ, ਮੋਸਟ ਲੋਕਾਂ ਨੂੰ ਐਡਲਟਸ ਨੂੰ ਪਤਾ ਡੋਮੈਸਟਿਕ ਵਾਇਲੈਂਸ ਕੀ ਆ, ਪਰ ਜਦੋਂ ਤੁਸੀਂ ਮੈਂ ਪੁੱਛਿਆ ਉਹਨਾਂ ਨੂੰ ਕਿ ਤੁਸੀਂ ਰਿਪੋਰਟ ਕੀਤੀ ਸੀਗੀ, ਐਂਡ ਮੈਜੋਰਿਟੀ ਲੋਕੀ ਕਹਿੰਦੇ ਸੀਗੇ 70% ਕਹਿੰਦੇ ਨਹੀਂ ਅਸੀਂ ਰਿਪੋਰਟ ਨਹੀਂ ਕੀਤੀ ਕਿਸੇ ਨੂੰ, ਕਿਉਂਕਿ ਅਸੀਂ ਕਿਸੇ ਨੂੰ ਟਰਸਟ ਨਹੀਂ ਕਰਦੇ ਸੀਗੇ, ਅਸੀਂ ਬਲੀਵ ਨਹੀਂ ਕਰਦੇ ਸੀਗੇ, ਜਾਂ ਸਾਡੀ ਫੈਮਿਲੀ ਦੇ ਕਰਕੇ। ਕੁਝ ਲੋਕਾਂ ਨੇ ਪੁਲਿਸ ਨੂੰ ਅਪਰੋਚ ਕੀਤਾ ਸੀ, ਬਟ ਮੈਨੀ ਡਿਡਨਟ। ਸੋ ਸਾਡਾ ਕੰਮ ਇਹ ਆ ਐਜ਼ ਪ੍ਰੋਵਾਈਡਰਸ, ਸਪੈਸ਼ਲਿਸਟ ਪੀਪਲ, ਕਿ ਅਸੀਂ ਲੋਕਾਂ ਨੂੰ ਸਮਝਾਈਏ ਕਿ ਯੂ ਕੈਨ ਟਰਸਟ ਅਸ। ਅਸੀਂ ਕਿਸੇ ਨੂੰ ਦੱਸਦੇ ਨਹੀਂ ਹੈਗੇ ਇੱਦਾਂ ਕਿ ਉਹ ਮੇਰੇ ਕੋਲ ਉਹ ਫਲਾਨਾ ਆਇਆ ਸੀ, ਸਾਰਾ ਇਨਫੋਰਮੇਸ਼ਨ ਕੰਫੀਡੈਂਸ਼ੀਅਲ ਰਹਿੰਦਾ ਆ, ਐਂਡ ਅਸੀਂ ਸਿਰਫ ਇਨਫੋਰਮੇਸ਼ਨ ਤੁਹਾਨੂੰ ਦਿੰਦੇ ਆ ਕਿ ਤੁਹਾਡਾ ਹੱਕ ਕੀ ਬਣਦਾ, ਤੁਹਾਡੇ ਰਾਈਟਸ ਕੀ ਆ। ਇਹ ਇਨਫੋਰਮੇਸ਼ਨ ਤੁਹਾਨੂੰ ਦੇ ਕੇ, ਐਂਡ ਇਟਸ ਅਪ ਟੂ ਯੂ, ਤੁਹਾਡੀ ਚੋਇਸ ਹੈ ਜੋ ਤੁਸੀਂ ਕਰਨਾ ਚਾਹੁੰਦੇ ਆ। ਕਦੇ ਫੋਰਸ ਨਹੀਂ ਕਰਦੇ ਹੈਗੇ ਕਿਸੇ ਨੂੰ ਕਿ ਤੁਸੀਂ ਘਰ ਛੱਡੋ ਜਾਂ ਨਾ ਛੱਡੋ, ਜੋ ਵੀ ਹੈਗਾ। ਵੀ ਡੋਂਟ ਡੂ ਦੈਟ। ਸੋ ਇਟਸ ਇੰਪੋਰਟੈਂਟ ਕਿ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਦੇ ਰਾਈਟਸ ਕੀ ਆ। ਸੋ ਤੁਸੀਂ ਅਗਰ ਤੁਹਾਡੇ ਕੋਲ ਕੋਈ ਆਂਦਾ, ਫਰਸਟਲੀ ਯੂ ਡਿਸਾਈਡ ਕਿ ਵੀ ਇਹ ਤੁਹਾਡੇ ਰਾਈਟ ਨੇ, ਬਾਕੀ ਗਾਂ ਤੁਸੀਂ ਜਿਹੜਾ ਕਦਮ ਚੁੱਕਣਾ ਉਹ ਤੁਹਾਡੀ ਮਰਜ਼ੀ ਹੈਗੀ ਹੈ, ਐਂਡ ਵੀ ਕੈਨ ਹੈਲਪ ਯੂ ਇਨ ਦਿਸ ਏਰੀਆ। ਐਂਡ ਸਰਵੇ ਦੇ ਵਿੱਚ ਸੁਦੇਸ਼ ਤੁਸੀਂ ਜਿਹੜਾ ਇੰਕਲੂਡ ਕੀਤਾ ਜੈਂਡਰ ਇਕੁਆਲਿਟੀ, ਇਹ ਕਿਸ ਕਰਕੇ ਤੁਸੀਂ ਚੂਜ਼ ਕੀਤਾ ਹੈਗਾ? what is the main reason for it? So the main reason is to identify gaps, ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਇੰਨੇ ਲੋਕਾਂ ਇਹ ਕੰਮ ਕਰਦੇ ਨਹੀਂ ਹੈਗੇ, ਐਂਡ ਆਲ ਆਮ ਡੂਇੰਗ ਇਜ਼ ਆਈਡੈਂਟੀਫਾਈਡ ਕੀ ਸਾਡੀ ਫੈਮਲੀਜ਼ ਨੂੰ ਚਾਹੀਦਾ, ਕੀ ਬੱਚਿਆਂ ਨੂੰ ਚਾਹੀਦਾ, ਤੇ ਉਹਦੇ ਹਿਸਾਬ ਨਾਲ ਅਸੀਂ ਅੱਗੇ ਜਾ ਕੇ ਕੰਮ ਕਰਾਂਗੇ। ਯੂ ਆਰ ਡੂਇੰਗ ਲਵਲੀ ਵਰਕ ਸੁਦੇਸ਼। ਫਿਰ ਟਾਈਮ ਹੋ ਗਿਆ, ਮੈਨੂੰ ਸੰਦੇਸ਼ ਆ ਗਿਆ ਹੈਗਾ ਕਿ ਵੀ ਗੋਟ ਰੀਲੀ ਲੈਸ ਟਾਈਮ ਟੂ ਟਾਕ ਐਨੀ ਮੋਰ, ਬਟ ਸੁਦੇਸ਼ ਥੈਂਕ ਯੂ ਸੋ ਮਚ ਫॉर ਕਮਿੰਗ। ਤੇ ਅਗਲੀ ਵਾਰ ਫਿਰ ਕੋਈ ਗੱਲਬਾਤ ਕਰਾਂਗੇ ਇਸੇ ਮੁੱਦੇ ਤੇ, ਤਾਂ ਕਿ ਅਸੀਂ ਆਪਣੇ ਬੱਚੇ ਦੀ, ਵਿਮਨਸ ਦੀ, ਐਡਲਟ ਦੀ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਯੋਗਦਾਨ ਪਾ ਸਕੀਏ ਆਪਣੀ ਕਮਿਊਨਿਟੀ ਦੇ ਵਿੱਚ। that will be good for everybody actually। ਤੇ ਇੱਥੇ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਹੈਲਥ ਟਾਕ ਸ਼ੋਅ ਵਿੱਚ, ਅਤੇ ਮਿਲਾਂਗੇ ਤੁਹਾਨੂੰ ਨੈਕਸਟ ਵੀਕ ਕਿਸੇ ਹੋਰ ਹੈਲਥ ਟੌਪਿਕ ਤੇ ਗੱਲਬਾਤ ਕਰਨ ਲਈ। ਮੈਨੂੰ ਤੋਂ ਇਜਾਜ਼ਤ, ਜੈ ਗੁਰੂ।